Hello everyone. Today we will be going to discuss about writing task 1 of journal IELTS। ਜਿਹੜੇ ਬੱਚੇ PR ਦੇ ਕੇਸਿਸ ਲਗਾਉਂਦੇ ਜਾਂ ਵਰਕ ਪਰਮਿਟ ਤੇ ਆਪਣੀ ਐਪਲੀਕੇਸ਼ਨ ਅਪਲਾਈ ਕਰਨਾ ਚਾਹੁੰਦੇ ਨੇ ਉਹਦੇ ਲਈ ਜਰਨਲ ਦੇ ਲਈ ਜਿਹੜੀ ਆਪਾਂ ਨੂੰ ਰਾਈਟਿੰਗ ਟਾਸਕ 1 ਹੁੰਦਾ ਹੈ ਉਹਨੂੰ ਆਪਾਂ ਡਿਸਕਸ ਕਰਾਂਗੇ ਥੋੜਾ ਡਿਟੇਲ ਦੇ ਵਿੱਚ। ਐਂਡ ਬੇਸਿਕਲੀ ਅੱਜ ਮੈਂ ਤੁਹਾਨੂੰ 9 ਪੁਆਇੰਟਸ ਦੱਸਾਂਗਾ ਜਿਨ੍ਹਾਂ ਦੀ ਹੈਲਪ ਦੇ ਨਾਲ ਯੂ ਕੈਨ ਏਮ ਫॉर 9 ਬੈਂਡਸ ਰਾਈਟ। ਹੁਣ ਜੋ ਸਾਹਮਣੇ ਤੁਹਾਨੂੰ ਸਕਰੀਨ ਵਿਜ਼ੀਬਲ ਆ ਇਹ ਸਾਰੀ ਇੱਕ ਕਾਈਂਡ ਆਫ ਅ ਸਟ੍ਰੈਟਜੀ ਆ। ਅੱਜ ਆਪਾਂ ਜਿਹੜਾ ਟਾਸਕ ਕਰਨਾ ਹੈ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਨਹੀਂ ਰਹੇਗੀ ਕਿ ਅਗਰ ਸਪੋਜ਼ ਵੱਖਰੀ ਤਰ੍ਹਾਂ ਦੇ ਲੈਟਰ ਆ ਰਹੇ ਨੇ, ਫੋਰ ਐਗਜ਼ਾਮਪਲ ਫਾਰਮਲ ਲੈਟਰ ਆ, ਇਨਫਾਰਮਲ ਲੈਟਰ ਆ, ਔਰ ਵੈਦਰ ਯੋਰ ਲੈਟਰ ਇਜ਼ ਸੈਮੀ ਫਾਰਮਲ, ਤਾਂ ਕਿਸ ਤਰ੍ਹਾਂ ਦਾ ਟਾਈਟਲ ਯੂਜ਼ ਕਰਨਾ ਹੈ, ਕਿਵੇਂ ਦੀ ਓਪਨਿੰਗ ਸਟੇਟਮੈਂਟ ਹੋਣੀ ਚਾਹੀਦੀ ਆ, ਕਿੱਦਾਂ ਦੇ BPs ਆਪਾਂ ਬਣਾਉਣੇ ਨੇ, ਐਂਡ ਵਟ ਅਬਾਊਟ ਕਲੋਜ਼ਿੰਗ ਸਟੇਟਮੈਂਟ, ਸਾਈਨਿੰਗ ਆਫ ਐਂਡ ਨੇਮ। ਹਰ ਇੱਕ ਚੀਜ਼ ਨੂੰ ਫਰੋਮ ਸਟਾਰਟਿੰਗ ਟਿਲ ਦ ਐਂਡ ਵੀ ਵਿਲ ਡੂ। And my name is Indrajit Singh Soul. Let's get into it and we will try to analyze each and everything. But before that, there are few points that you need to understand. ਥੋੜੇ ਜਿਹੇ ਬੇਸਿਕ, ਅਗਰ ਸਪੋਜ਼ ਤੁਸੀਂ ਕੋਈ ਬੱਚਾ ਸਟਾਰਟ ਕਰ ਰਿਹਾ ਇਹਦੀ ਤਿਆਰੀ ਤਾਂ ਉਹਦੇ ਲਈ ਵੀ ਇਹ ਈਜ਼ੀ ਹੋ ਜਾਊਗਾ ਸਮਝਣਾ। ਸਭ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਟਾਸਕ ਬਾਰੇ। ਅੰਡਰਸਟੈਂਡਿੰਗ ਆਇਲਸ ਰਾਈਟਿੰਗ ਟਾਸਕ, ਬੇਸਿਕਲੀ ਇਹ 20 ਮਿੰਟਸ ਦੇ ਲਈ ਤੁਸੀਂ ਕੋਸ਼ਿਸ਼ ਕਰੋ ਕਿ ਇਹਨੂੰ 20 ਮਿੰਟਸ ਦੇ ਵਿੱਚ ਤੁਸੀਂ ਕਰਨਾ ਹੈ ਰਾਈਟ। ਇਹ ਟਾਸਕ 1 ਹੁੰਦਾ ਹੈ ਆਇਲਸ ਦਾ ਰਾਈਟਿੰਗ ਦਾ ਜਦੋਂ ਤੁਸੀਂ ਜਰਨਲ ਦਾ ਐਗਜ਼ਾਮ ਦਿਓਗੇ ਰਾਈਟ। ਅਸੀਂ ਪ੍ਰੈਫਰ ਕਰਦੇ ਹਾਂ ਕਿ ਤੁਸੀਂ 3 to 5 ਮਿੰਟਸ ਪਹਿਲਾਂ ਪਲੈਨਿੰਗ ਵਾਸਤੇ ਲਾਓ, ਠੀਕ ਹੈ, ਐਂਡ ਦੈਨ 13 to 14 ਮਿੰਟਸ ਫॉर ਰਾਈਟਿੰਗ, ਐਂਡ ਐਟ ਲਾਸਟ ਜਿਹੜੇ ਤੁਹਾਡੇ 3 ਤੋਂ 4 ਮਿੰਟ ਬਚ ਗਏ ਨੇ ਉਹਨਾਂ ਨੂੰ ਯੂ ਕੈਨ ਯੂਟੀਲਾਈਜ਼ ਫॉर ਸਪੈਲਿੰਗ ਔਰ ਗ੍ਰਾਮੈਟੀਕਲ ਮਿਸਟੇਕਸ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਇਹਨਾਂ ਵਿੱਚ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ। ਹੁਣ ਟੋਟਲ ਤੁਹਾਡੇ ਕੋਲ ਵੈਸੇ ਦੂਸਰੇ ਟਾਸਕ ਵਾਸਤੇ 40 ਮਿੰਟਸ ਬਚ ਜਾਂਦੇ ਰਾਈਟਿੰਗ ਟਾਸਕ 2 ਦੇ। ਸੋ ਤੁਸੀਂ ਧਿਆਨ ਰੱਖਣਾ ਹੈ ਕਿ ਇਹ ਨਹੀਂ ਹੈ ਕਿ ਇਸ ਟਾਸਕ ਨਾਲ ਹੀ ਲੱਗੇ ਰਹਿਣਾ ਹੈ, ਕਿਉਂਕਿ ਐਂਡ ਆਫ ਦਾ ਡੇ ਜਿਹੜਾ ਇਹ ਟਾਸਕ ਹੈ ਇਹਦੀ 33% ਹੀ ਵੇਟੇਜ ਹੁੰਦੀ ਹੈ ਤੁਹਾਡੇ ਫਾਈਨਲ ਸਕੋਰਸ ਦੇ ਵਿੱਚ, ਠੀਕ ਹੈ। ਐਂਡ ਟੋਟਲ ਵਰਡਸ ਜਿਹੜੇ ਤੁਸੀਂ ਲਿਖਣੇ ਹੁੰਦੇ ਆ 150 ਲਿਖਣੇ ਹੁੰਦੇ ਆ ਰਾਈਟ। ਐਂਡ ਵੀ ਰਿਕਮੈਂਡ ਕਿ ਯੂ ਸ਼ੁੱਡ ਰਾਈਟ ਫॉर 160 to 180। ਇੱਕ ਆਈਡਲ ਲਿਮਿਟ ਹੈ ਇਹਦੇ 'ਚ ਤੁਸੀਂ ਸਹੀ ਰਹਿੰਦੇ ਹੋ ਅਗਰ ਤੁਸੀਂ ਇਹਨੂੰ ਯੂਜ਼ ਕਰਦੇ ਹੋ ਤਾਂ। ਜਿਹੜੀ ਸਕੋਰਿੰਗ ਹੁੰਦੀ ਹੈ ਤੁਹਾਡੀ, ਦੇਖੋ ਟਾਸਕ ਅਚੀਵਮੈਂਟ ਦੀ 25% ਵੇਟੇਜ ਹੈ ਇਹਦੇ ਵਿੱਚ। ਕੋਹੀਰੈਂਸ ਜਿਹੜਾ ਤੁਸੀਂ ਲਿੰਕੇਜ ਬਣਾ ਕੇ ਚੱਲਣੀ ਹੈ ਸੈਂਟੈਂਸਸ 'ਚ ਉਹਦੀ 25% ਆ, ਵੋਕੈਬਲਰੀ ਦੀ 25% ਆ, ਐਂਡ ਗ੍ਰਾਮਰ ਉਹਦੀ 25% ਆ। ਦਿਸ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਮੈਂ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ ਤਿਆਰ ਕਰਦਾ ਉਹਨਾਂ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਕਿ ਦੇ ਟੈਂਡ ਟੂ ਰਾਈਟ ਦੀ ਐਡਰੈਸ, ਬਟ ਤੁਸੀਂ ਐਡਰੈਸ ਨਹੀਂ ਲਿਖਣਾ ਹੁੰਦਾ ਇਸ ਟਾਸਕ ਦੇ ਵਿੱਚ, ਠੀਕ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਆਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ, ਦਿਸ ਆਰ ਵੈਰੀ ਇੰਪੋਰਟੈਂਟ, ਤਾਂ ਕਿ ਤੁਹਾਨੂੰ ਸਟਾਰਟਿੰਗ 'ਚ ਜਦੋਂ ਤੁਸੀਂ ਤਿਆਰ ਕਰਨਾ ਸਟਾਰਟ ਕਰੋ ਤੁਹਾਡੇ ਦਿਮਾਗ 'ਚ ਆ ਜਾਏ ਕਿ ਟਾਸਕ ਹੈ ਬੇਸਿਕਲੀ ਇਹਦੇ ਨੰਬਰ ਕਿਸ ਚੀਜ਼ ਦੇ ਆਉਣੇ ਆ। ਸੋ ਅੰਡਰਸਟੈਂਡ ਕਰਦੇ ਹਾਂ ਦੂਸਰਾ ਪੁਆਇੰਟ, ਦੈਟ ਇਜ਼ ਟਾਈਪ ਆਫ ਲੈਟਰ। ਹੁਣ ਕਿਸ ਤਰ੍ਹਾਂ ਦੇ ਔਰ ਕਿੰਨੇ ਟਾਈਪ ਦੇ ਲੈਟਰ ਹੁੰਦੇ ਨੇ। ਬੇਸਿਕਲੀ 3 ਟਾਈਪ ਦੇ ਲੈਟਰਸ ਹੋ ਜਾਂਦੇ ਨੇ ਆਪਣੇ ਕੋਲ। ਫਾਰਮਲ ਹੋ ਸਕਦਾ ਜੀ, ਸੈਮੀ ਫਾਰਮਲ ਹੋ ਸਕਦਾ, ਇਨਫਾਰਮਲ ਹੋ ਸਕਦਾ ਹੈ, ਥੋੜ੍ਹਾ ਡਿਟੇਲ 'ਚ ਦੇਖਾਂਗੇ। ਫਾਰਮਲ ਲੈਟਰ, ਬੇਸਿਕਲੀ ਜਿਹੜਾ ਆਪਣਾ ਫਾਰਮਲ ਲੈਟਰ ਹੁੰਦਾ ਹੈ ਇਹ ਇਜ਼ ਟੂ ਸਮਨ ਯੂ ਨੋ ਇਨ ਅ ਵੈਰੀ ਫਾਰਮਲ ਵੇ, ਮਤਲਬ ਕਿਸੇ ਫਾਰਮਲ ਵੇ ਨਾਲ ਤੁਸੀਂ ਇਹਨੂੰ ਜਾਣਦੇ ਹੋ। ਇਟ ਕੁਡ ਬੀ ਟੂ ਦ ਲੈਂਡਲॉर्ड, your boss, your manager or your teacher, right? or someone you have not met, ਤੁਸੀਂ ਮਾਈਟ ਬੀ ਉਸ ਬੰਦੇ ਨੂੰ ਨਹੀਂ ਵੀ ਮਿਲੇ ਹੋ, ਐਂਡ whose name you don't know। ਹੋ ਸਕਦਾ ਕੋਈ ਕਸਟਮਰ ਸਰਵਿਸਿਜ਼ ਦੇ ਰਿਲੇਟਡ ਹੋਵੇ, ਕੋਈ ਕੰਪਲੇਨ ਪਾਉਣੀ ਹੋਵੇ ਤੁਸੀਂ ਰਾਈਟ, ਜਾਂ ਲੋਕਲ ਕਾਊਂਸਲ ਦੇ ਰਿਲੇਟਡ ਹੋਵੇ ਤੁਹਾਡੇ ਏਰੀਆ ਦੇ ਵਿੱਚ, ਜਾਂ ਕੋਈ ਹੋਟਲ ਮੈਨੇਜਰ ਆ ਜਿਹਨੂੰ ਤੁਸੀਂ ਨਹੀਂ ਮਿਲੇ ਹੋ, ਜਾਂ ਉੱਪਰ ਜਿਵੇਂ ਤੁਹਾਨੂੰ ਮੈਂ ਬੋਲ ਚੁੱਕਿਆ ਤੁਹਾਡਾ ਬੌਸ, ਲੈਂਡਲॉर्ड, ਮੈਨੇਜਰ ਜਾਂ ਟੀਚਰ, ਉਹਨਾਂ ਨਾਲ ਤੁਸੀਂ ਡਿਸਕਸ ਕਰਨਾ ਹੈ ਅਬਾਊਟ ਅ ਸੀਰੀਅਸ ਔਰ ਅ ਫਾਰਮਲ ਸਿਚੁਏਸ਼ਨ। ਹੁਣ ਫਾਰਮਲੀ ਜੇ ਨੋਰਮਲ ਆਪਾਂ ਇਹਦੀ ਡੈਫੀਨੇਸ਼ਨ ਤੋਂ ਜਾਈਏ ਤਾਂ ਓਬਵੀਅਸਲੀ ਇਟ ਇਜ਼ ਸਮਥਿੰਗ ਵਿਚ ਇਜ਼ ਸਮ ਸੀਰੀਅਸ ਔਰ ਅਫੀਸ਼ੀਅਲ ਸੈਟਅਪ, ਠੀਕ ਹੈ। ਹੁਣ ਇਹਦੇ ਵਿੱਚ ਟਾਸਕ ਤੁਹਾਡੇ ਸਾਹਮਣੇ ਆ, ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਯੂ ਪਲੇਸਡ ਐਨ ਔਨਲਾਈਨ ਆਰਡਰ, ਠੀਕ ਹੈ, ਫॉर ਅ ਫਲਾਵਰ ਵੇਸ, ਐਂਡ ਹਾਊਐਵਰ ਵੈਨ ਯੂ ਰਿਸੀਵਡ ਇਟ ਵਾਜ਼ ਡੈਮੇਜਡ, ਰਾਈਟ ਅ ਲੈਟਰ ਟੂ ਦੀ ਮੈਨੇਜਰ ਆਫ ਦ ਕੰਪਨੀ। ਇਨ ਯੋਰ ਲੈਟਰ ਆ 3 ਬੁਲੇਟ ਪੁਆਇੰਟਸ ਨੇ ਜਿਹੜੇ ਤੁਸੀਂ ਲਿਖਣੇ ਆ। give the details about the equipment, explain the damage and suggest what you want the manager to do, right? ਇੱਦਾਂ ਦਾ ਤੁਹਾਨੂੰ ਇੱਕ ਲੈਟਰ ਜਿਹੜਾ ਬੇਸਿਕਲੀ ਟਾਸਕ ਦੇ ਵਿੱਚ ਜਿਹੜਾ ਆ ਉਹ ਵੇਖਣ ਨੂੰ ਮਿਲੇਗਾ ਅਗਰ ਫਾਰਮਲ ਲੈਟਰ ਹੋਏਗਾ। ਮੈਂ ਤੁਹਾਨੂੰ ਦੱਸ ਚੁੱਕਿਆ ਕਿ ਲੈਟਰ ਬੇਸਿਕਲੀ 3 ਟਾਈਪ ਦੇ ਹੋਣਗੇ, ਫਾਰਮਲ, ਸੈਮੀ ਫਾਰਮਲ ਔਰ ਇਨਫਾਰਮਲ। ਔਰ ਫਾਰਮਲ ਦੀ ਡੈਫੀਨੇਸ਼ਨ ਇਹੀ ਹੈ ਕਿ ਤੁਸੀਂ ਇੱਕ ਵਾਰੀ ਪਛਾਣ ਲਓ ਲੈਟਰ ਨੂੰ ਦੇਖ ਕੇ ਕਿ ਇਹ ਕਿਹਨੂੰ ਆ ਲੈਟਰ, ਮਤਲਬ ਆਪਾਂ ਨੂੰ ਹੁਣ ਪਤਾ ਲੱਗ ਰਿਹਾ ਕਿ ਹੁਣ ਜਿਹਦੇ ਤੋਂ ਆਪਾਂ ਫਲਾਵਰ ਵੇਸ ਲਿਆ ਹੋਊਗਾ ਆਪਾਂ ਉਹਨੂੰ ਜਾਣਦੇ ਤਾਂ ਨਹੀਂ ਹੋਵਾਂਗੇ ਰਾਈਟ। ਸੋ ਕਹਿਣ ਦਾ ਮਤਲਬ ਕੀ ਆ, ਬਟ ਆਪਾਂ ਫਰੈਂਡਲੀ ਨਹੀਂ ਰਹਿ ਸਕਦੇ, ਠੀਕ ਹੈ। ਉਹ ਇੱਕ ਕਾਈਂਡ ਆਫ ਅ ਸੀਰੀਅਸ ਔਰ ਆ ਫਾਰਮਲ ਸਿਚੁਏਸ਼ਨ ਆ, ਉਹਨੂੰ ਫਾਰਮਲ ਲੈਟਰ ਬੋਲਦੇ ਆ। ਨੈਕਸਟ ਦੇਖਦੇ ਹਾਂ ਸੈਮੀ ਫਾਰਮਲ ਲੈਟਰ। ਹੁਣ ਸੈਮੀ ਫਾਰਮਲ ਕਿਹੜੇ ਹੁੰਦੇ ਆ? these are the types of letter that are addressed to someone whom you know,
ਜਿਹਨੂੰ ਆਪਾਂ ਫਾਰਮਲੀ ਜਾਣਦੇ ਹਾਂ, ਰਾਈਟ, ਉਹਦੀ ਗੱਲ ਕਰਦੇ ਹਾਂ। ਫਾਰ ਐਗਜ਼ਾਮਪਲ ਨੋਰਮਲ ਐਗਜ਼ਾਮਪਲ ਦੇ ਦਿੰਦੇ ਹਾਂ, ਕਹਿੰਦੇ ਕਿ ਯੂ ਲਿਵ ਇਨ ਐਨ ਅਪਾਰਟਮੈਂਟ ਫॉर ਅ ਰੈਂਟ। ਫਾਰ ਐਗਜ਼ਾਮਪਲ ਤੁਸੀਂ ਰੈਂਟ ਦੇ ਅਪਾਰਟਮੈਂਟ 'ਤੇ ਰਹਿ ਰਹੇ ਹੋ ਐਂਡ ਯੂਰ ਨੇਬਰ ਮੇਕਸ ਅ ਲੋਟ ਆਫ ਨੋਇਜ਼। ਸੋ ਓਬਵੀਅਸਲੀ ਨੇਬਰ ਆ ਤਾਂ ਕਹਿਣ ਦਾ ਮਤਲਬ ਕੀ ਆ ਕਿ ਵੀ ਨੋ ਦੀ ਨੇਬਰ, ਰਾਈਟ। ਸੋ ਕਹਿੰਦੇ ਕਿ ਹੈਜ਼ ਕਾਜ਼ਡ ਪ੍ਰੋਬਲਮ ਫॉर ਯੂ, ਰਾਈਟ ਅ ਲੈਟਰ ਟੂ ਯੂਰ ਹਾਊਸ ਓਨਰ। ਹੁਣ ਹਾਊਸ ਓਨਰ ਨੂੰ ਲਿਖਣਾ ਹੈ। ਸੋ ਲੈਂਡਲੋਰਡ ਨੂੰ ਲਿਖ ਰਹੇ ਹੋ ਆਪਣੇ ਨੂੰ, ਤਾਂ ਕੀ ਬੋਲ ਰਹੇ ਨੇ, ਐਕਸਪਲੇਨ ਦੀ ਸਿਚੁਏਸ਼ਨ, ਅਗੇਨ 3 ਬੁਲੇਟ ਪੁਆਇੰਟਸ। ਲੈਟਰ ਕੋਈ ਵੀ ਹੋਵੇ ਇੱਦਾਂ ਦੇ ਤੁਹਾਨੂੰ 3 ਬੁਲੇਟ ਪੁਆਇੰਟ ਮਿਲਣਗੇ। ਟੈਲ ਦੀ ਹਾਊਸ ਓਨਰ ਹਾਊ ਯੂ ਹੈਵ ਅਫੈਕਟਡ ਯੂ ਆਰ ਅਫੈਕਟਡ ਬਾਈ ਦਿਸ ਐਂਡ ਸਜੈਸਟ ਵਟ ਯੂ ਵਾਂਟ ਦੀ ਹਾਊਸ ਓਨਰ ਟੂ ਡੂ, ਰਾਈਟ। ਓਕੇ, ਥੋੜੀ ਡੈਫੀਨੇਸ਼ਨ ਦੇਖ ਲਈਏ ਤਾਂ ਕੀ ਬੋਲ ਸਕਦੇ ਹਾਂ ਕਿ ਸੈਮੀ ਇਨਫੋਰਮਲ ਲੈਟਰ, ਫਾਰਮਲ ਲੈਟਰ ਇਜ਼ ਟੂ ਸਮਨ ਯੂ ਹੈਵ ਅ ਕਲੋਜ਼ ਔਰ ਅ ਪਰਸਨਲ ਰਿਲੇਸ਼ਨਸ਼ਿਪ ਵਿਦ। ਬੜਾ ਤੁਹਾਡਾ ਕਲੋਜ਼ ਪਰਸਨਲ ਰਿਲੇਸ਼ਨਸ਼ਿਪ ਆ। ਇਟ ਕੁਡ ਬੀ ਨੇਬਰ, ਫਰੈਂਡ, ਅਬਾਊਟ ਅ ਫਾਰਮਲ ਔਰ ਅ ਸੀਰੀਅਸ ਸਿਚੁਏਸ਼ਨ, ਦੋਨੋਂ ਹੋ ਸਕਦੀਆਂ। ਮਤਲਬ ਇਹਦੇ ਥੋੜ੍ਹਾ ਫਾਰਮਲ ਟੱਚ ਵੀ ਹੁੰਦਾ ਹੈ, ਇਨਫੋਰਮਲ ਟੱਚ ਵੀ ਹੁੰਦਾ ਹੈ। this means it's a to someone you know informally ਮਤਲਬ ਤੁਸੀਂ ਜਾਣਦੇ ਹੋ ਇਨਫੋਰਮਲ ਵੇ ਨਾ about something formal, that is discuss something formal ਕਰਨ ਲੱਗੇ ਉਹਦੇ ਨਾਲ। ਸੋ ਬੇਸਿਕਲੀ ਸੈਮੀ ਫਾਰਮਲ ਹੋ ਗਿਆ। a personal relationship means you share your private life, ਤੁਹਾਡਾ ਹੋਮ ਲਾਈਫ ਉਹਦੇ ਨਾਲ ਥੋੜ੍ਹਾ ਸ਼ੇਅਰ ਆ ਐਂਡ ਵਿਦ ਦ ਡੈਟ ਪਰਸਨ, ਫਾਰ ਐਗਜ਼ਾਮਪਲ ਫਰੈਂਡ ਹੋ ਗਿਆ ਜਿੱਦਾਂ। ਐਂਡ ਇਟ ਡਜ਼ ਨਾਟ ਮੀਨ ਯੂਰ ਟੀਚਰ, ਯੂਰ ਬੌਸ, ਯੂਰ ਮੈਨੇਜਰ ਔਰ ਐਨੀ ਵਨ ਐਲਸ। ਇਹਨਾਂ ਦੇ ਨਾਲ ਜਿਹੜੀ ਆਹ ਸਿਚੁਏਸ਼ਨ ਹੋਊਗੀ, ਦੀਜ਼ ਆਰ ਨਾਟ ਸੈਮੀ ਫਾਰਮਲ, ਰਾਈਟ। ਮਤਲਬ ਇਹਨਾਂ ਨੂੰ ਆਪਾਂ ਇਟ ਡਜ਼ ਨਾਟ ਮੀਨ ਯੋਰ ਟੀਚਰ ਨਹੀਂ ਹੋ ਸਕਦਾ, ਬੌਸ, ਮੈਨੇਜਰ ਔਰ ਐਨੀ ਵਨ, ਇਹਨਾਂ ਨੂੰ ਨਹੀਂ ਬੋਲਣਾ। ਆਪਾਂ ਪਰਸਨਲ ਲਾਈਫ ਉਹਨਾਂ ਨਾਲ ਸ਼ੇਅਰ ਕਰਦੇ ਹਾਂ ਮੋਸਟਲੀ। ਓਕੇ, ਇਨਫੋਰਮਲ ਲੈਟਰ। ਹੁਣ ਆਪਾਂ ਇਨਫੋਰਮਲ ਲੈਟਰ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਬੇਸਿਕਲੀ ਕੀ ਬੋਲ ਰਿਹਾ ਕਿ ਦੀਜ਼ ਲੈਟਰਸ ਆਰ ਐਡਰੈਸ ਟੂ ਸਮਵਨ ਹੂਮ ਯੂ ਨੋ ਪਰਸਨਲੀ ਜਾਣਦੇ ਆ। ਫਾਰ ਐਗਜ਼ਾਮਪਲ ਹੁਣ ਇਹਨਾਂ ਲਿਖਿਆ ਰਾਈਟ ਅ ਲੈਟਰ ਟੂ ਯੋਰ ਨੇਬਰ who is also your friend about the damage that occurred to your car while he parks his car in the space allotted to you. In the letter you should say describe the damage, say how you feel about it and suggest on the action। देखो इनफॉर्मल है, उन्होंने ऑलरेडी मैंशन भी करता है who is also your friend, so obviously इनफॉर्मल लेटर होना है, ਰਾਈਟ। ਹੁਣ ਇਹ ਫਾਰਮਲ, ਇਨਫੋਰਮਲ ਐਂਡ ਸੈਮੀ ਫਾਰਮਲ, ਇਹਨੂੰ ਤੁਸੀਂ ਅਜੇ ਇੰਨਾ ਮਤਲਬ ਬਸ ਸਮਝ ਲਓ ਇੱਕ ਵਾਰੀ ਫॉर द ਟਾਈਮ ਬੀਇੰਗ। ਇਹਨਾਂ 'ਚ ਬੇਸਿਕਲੀ ਡਿਫਰੈਂਸ ਕੀ ਆ, ਲੈਂਗੁਏਜ ਕਿੱਦਾਂ ਦੀ ਹੋਣੀ ਚਾਹੀਦੀ ਆ, ਟੋਨ ਨੂੰ ਕਿੱਦਾਂ ਚੇਂਜ ਕਰਨਾ ਹੈ, ਉਹ ਮੈਂ ਅੱਗੇ ਐਕਸਪਲੇਨ ਕਰਦਾ। ਹੁਣ ਕਹਿੰਦੇ ਕਿ ਇਫ ਯੂ ਓਬਜ਼ਰਵ ਕੇਅਰਫੁਲੀ ਆਲ ਦੀ ਕੁਐਸਚਨਸ ਐਗਜ਼ਾਮਪਲਸ ਅਬਾਵ, ਜਿਹੜੀਆਂ ਸਾਰੀਆਂ ਨੇ ਉੱਪਰ ਆਪਾਂ ਜਿੰਨੀਆਂ ਵੀ ਡਿਸਕਸ ਕੀਤੀਆਂ ਸਭ ਕੰਪਲੇਂਟ ਸੀਗੀਆਂ। ਪਹਿਲੀ ਵੀ ਕੰਪਲੇਂਟ ਸੀ, ਆਪਾਂ ਫਲਾਵਰ ਵੇਸ ਦੀ ਕੰਪਲੇਂਟ ਕਰ ਰਹੇ ਸੀ, ਤੁਸੀਂ ਦੇਖ ਲਿਓ ਫਲਾਵਰ ਵੇਸ ਦੀ ਕੰਪਲੇਂਟ ਸੀ। ਫਿਰ ਉਸ ਤੋਂ ਬਾਅਦ ਜਿਹੜੀ ਆਈ ਸੈਮੀ ਫਾਰਮਲ, ਇਹ ਵੀ ਕੰਪਲੇਨ ਹੀ ਕਰ ਰਹੇ ਹਾਂ ਕਿ ਸਾਊਂਡ ਕਰਕੇ ਪ੍ਰੋਬਲਮ ਹੋ ਰਹੀ ਆ। ਦੈਨ ਅਗੇਨ ਆਪਣੇ ਫਰੈਂਡ ਨੇ ਕਾਰ ਵਾਲਾ ਜਿਹੜਾ ਸੀਨ ਹੋਇਆ, ਅਗੇਨ ਇਹ ਵੀ ਕੰਪਲੇਨ ਆ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਆਈਡੈਂਟੀਫਾਈ ਦ ਟਾਈਪ ਆਫ ਲੈਟਰ ਬਿਫੋਰ ਯੂ ਬਿਗਨਿੰਗ ਟੂ ਰਾਈਟ। ਬਟ ਉਹਦੀ ਟਾਈਪ ਕਿਹੜੀ ਹੈ? ਟਾਈਪ ਮੀਨਸ ਇਜ਼ ਇਟ ਆ ਫਾਰਮਲ, ਰਾਈਟ, ਜਾਂ ਸੈਮੀ ਫਾਰਮਲ ਆ, ਰਾਈਟ, ਜਾਂ ਇਨਫੋਰਮਲ ਆ। ਇਹਨਾਂ ਨੂੰ ਡਿਸਕ੍ਰਾਈਬ ਕਰਨਾ ਆਪਾਂ ਨੂੰ ਪੈਣਾ ਹੀ ਪੈਣਾ। ਉਹਦੇ ਤੋਂ ਆਪਣਾ ਟੋਨ ਸੈਟਅਪ ਹੋਣੀ ਆ। ਆਪਣੀ ਟੋਨ ਉਹਦੇ 'ਤੇ ਹੀ ਡਿਪੈਂਡ ਕਰਦੀ ਹੈ ਕਿ ਆਪਾਂ ਕਿੱਦਾਂ ਅੱਗੇ ਉਹਨੂੰ ਲਿਖਾਂਗੇ। ਹੁਣ ਪੁਆਇੰਟ ਨੰਬਰ 3, ਐਂਡ ਬੇਸਿਕਲੀ ਇਹੀ ਸਟਰਕਚਰ ਆ ਜਿਹੜਾ ਤੁਸੀਂ ਯੂਜ਼ ਕਰਨਾ ਪੇਪਰ ਦੇ ਵਿੱਚ। ਹੁਣ ਇਹ ਸਟਰਕਚਰ ਕੀ ਹੁੰਦਾ ਵੇਟ ਹੁਣ ਇਹ ਸਟਰਕਚਰ ਦੇ ਵਿੱਚ ਬੇਸਿਕਲੀ ਤੁਸੀਂ ਯੂਜ਼ ਕੀ ਕਰਨਾ ਹੁੰਦਾ ਹੈ? ਦੇਖੋ ਜੀ, ਮਤਲਬ ਜੇ ਵੇਖਿਆ ਜਾਵੇ ਤਾਂ ਆਪਾਂ ਇਹ 8 ਪੁਆਇੰਟਸ ਨੇ ਜਿਹੜੇ ਇਨਕਲੂਡ ਕਰਨੇ ਹੁੰਦੇ ਆ। ਸਭ ਤੋਂ ਪਹਿਲਾਂ ਆਪਾਂ ਟਾਈਟਲ ਕਰਨਾ ਹੈ। ਮਤਲਬ ਕਿਸੇ ਵੀ ਲੈਟਰ ਨੂੰ ਤੁਸੀਂ ਅਗਰ ਲਿਖੋਗੇ ਤਾਂ ਤੁਸੀਂ ਆਹ ਜਿਹੜੇ 8 ਪੁਆਇੰਟਸ ਨੇ ਇਹਨਾਂ ਨੂੰ ਦੇਖਣਾ ਹੈ। ਕਿਹੜੇ 8 ਪੁਆਇੰਟਸ ਨੇ? ਸਭ ਤੋਂ ਪਹਿਲਾਂ ਉਹਦਾ ਟਾਈਟਲ ਆਊਗਾ, ਠੀਕ ਹੈ। ਟਾਈਟਲ ਤੋਂ ਬਾਅਦ ਆਪਣੀ ਓਪਨਿੰਗ ਸਟੇਟਮੈਂਟ ਆਊਗੀ, ਰੀਜ਼ਨ ਜਿਹਦੇ ਵਾਸਤੇ ਦੱਸਾਂਗੇ ਵੀ ਕਾਹਦੇ ਵਾਸਤੇ ਆ, ਕੰਪਲੇਨ ਆ, ਰਿਕੁਐਸਟ ਆ, ਇਨਵੀਟੇਸ਼ਨ ਆ, ਕੀ ਆ। ਫਿਰ ਤਿੰਨੋਂ ਕੁਐਸ਼ਚਨਸ ਜਿਹੜੇ ਮੈਂ ਤੁਹਾਨੂੰ ਹੁਣੇ ਬੋਲ ਰਿਹਾ ਸੀ ਕਿ ਹਰ ਲੈਟਰ 'ਚ ਹੋਣਗੇ, ਉਹਨਾਂ ਦਾ ਆਨਸਰ ਦੇਣਾ ਆਪਾਂ। ਫਿਰ ਆਪਾਂ ਕਲੋਜ਼ਿੰਗ ਸਟੇਟਮੈਂਟ ਲਿਖਣੀ ਹੁੰਦੀ ਆ ਅਗਰ ਨੀਡਡ ਆ। ਇਹ ਆਪਸ਼ਨਲ ਆ, ਲਾਈਕ ਤੁਹਾਡੀ ਮਰਜ਼ੀ, ਇਫ ਯੂ ਵਾਂਟ ਟੂ ਰਾਈਟ ਤਾਂ ਦੈਨ ਰਾਈਟ, ਐਂਡ ਦੈਨ ਸਾਈਨਿੰਗ ਆਫ ਐਂਡ ਨੇਮ। ਹੁਣ ਆਪਾਂ ਹਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਆਪਾਂ ਤੁਹਾਨੂੰ ਲਿਖੀ ਹੋਈ ਆ ਸਟਰਕਚਰ ਦੇ ਵਿੱਚ, ਉਹਨੂੰ ਥੋੜ੍ਹਾ ਡਿਟੇਲ 'ਚ ਦੇਖਦੇ ਹਾਂ। ਫਾਰ ਐਗਜ਼ਾਮਪਲ ਨੀਚੇ ਮੈਂ ਇਹਨੂੰ ਸਾਰੇ ਨੂੰ ਇਲੈਬੋਰੇਟ ਕੀਤਾ ਹੋਇਆ। ਸਭ ਤੋਂ ਪਹਿਲਾਂ ਕਿਹਨੂੰ ਆਉਣਾ? ਆਪਾਂ ਟਾਈਟਲ ਨੂੰ ਦੇਖਦੇ ਹਾਂ। ਹੁਣ ਟਾਈਟਲ ਵਾਸਤੇ ਤੁਸੀਂ ਕੀ ਦੇਖਣਾ ਹੈ? ਦੇਖੋ ਜੀ, ਕਹਿੰਦੇ ਕਿ ਬਿਗਿਨ ਯੂਰ ਲੈਟਰ ਬਾਈ ਐਡਰੈਸਿੰਗ ਦੀ ਪਰਸਨ ਐਂਡ ਦੈਨ ਐਨ ਓਪਨਿੰਗ ਲਾਈਨ ਆਲਵੇਜ਼ ਸਾਈਨ ਆਫ ਅਪਰੋਪ੍ਰੀਏਟਲੀ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਹਮੇਸ਼ਾ ਜਿਹੜਾ ਵੀ ਕੋਈ ਆਪਣਾ ਲੈਟਰ ਲਿਖਣਾ ਆ, ਉਹ ਆਪਾਂ ਐਡਰੈਸ ਕਰਨਾ ਹੈ ਕਿਸੇ ਪਰਸਨ ਨੂੰ। ਕਹਿਣ ਦਾ ਮਤਲਬ ਆ ਜਿੱਦਾਂ ਫਾਰ ਐਗਜ਼ਾਮਪਲ ਆਪਾਂ ਲਿਖ ਸਕਦੇ ਹਾਂ ਡੀਅਰ ਸਰ ਔਰ ਮੈਡਮ। ਜੇ ਆਪਾਂ ਨੂੰ ਉਹਨਾਂ ਦਾ ਨਾਮ ਨਹੀਂ ਪਤਾ, ਅਗਰ ਆਪਾਂ ਨੂੰ ਉਹਨਾਂ ਦਾ ਨਾਮ ਪਤਾ ਹੈ ਤਾਂ ਲਿਖ ਸਕਦੇ ਡੀਅਰ ਮਿਸਟਰ ਰੌਬਸਨ,
ठीक है। हुण आपां इहदे च मिस्टर रॉबसन लिखिਆ ਤਾਂ इट मीनस कि आपां ਉਹ ਬੰਦੇ ਦਾ ਜਿਹੜਾ ਹੈ ਜਿਹੜਾ ਨਾਮ ਲਿਖ ਰਹੇ ਹਾਂ ਉਹਦਾ ਫਸਟ ਨੇਮ ਨਹੀਂ ਲਿਖਿਆ, ਆਪਾਂ ਉਹਦਾ ਬਸ ਸਰਨੇਮ ਲਿਖ ਰਹੇ ਹਾਂ, ਠੀਕ ਹੈ। ਅਗਰ ਆਪਾਂ ਪੂਰਾ ਨਾਮ ਲਿਖਣਾ ਤਾਂ ਫਿਰ ਲਿਖਾਂਗੇ ਡੀਅਰ ਜੌਨ ਰੌਬਸਨ। ਇਹਦੇ ਵਿੱਚ ਆਪਾਂ ਨੂੰ ਟਾਈਟਲ ਲਿਖਣ ਦੀ ਲੋੜ ਨਹੀਂ ਹੈ। ਟਾਈਟਲ ਤੋਂ ਮੇਰਾ ਮਤਲਬ ਆ ਮਿਸਟਰ ਐਂਡ ਮਿਸਿਸ ਜਾਂ ਮਿਸ, ਰਾਈਟ। ਐਂਡ ਅਗਰ ਆਪਾਂ ਕਿਸੇ ਫਰੈਂਡ ਨੂੰ ਲਿਖ ਰਹੇ ਹਾਂ ਤਾਂ ਉਹਦਾ ਡਾਇਰੈਕਟ ਨਾਮ ਲਿਖ ਦਾਂਗੇ ਹਾਈ ਡੇਵ ਐਂਡ ਡੀਅਰ ਡੇਵ। ਇਹ ਮਤਲਬ ਜਿਹੜੀ ਚੀਜ਼ ਆ ਇਹ ਆਪਣੀ ਓਪਨਿੰਗ ਲਾਈਨ ਤੋਂ ਪਹਿਲਾਂ ਆਉਣੀ ਆ। ਓਪਨਿੰਗ ਲਾਈਨ ਮਤਲਬ ਜਿਹੜੀ ਮੈਂ ਤੁਹਾਨੂੰ ਹੁਣੇ ਸਮਝਾ ਕੇ ਹਟਿਆ ਸੀ ਕਿ ਜਿਹਦੇ ਵਿੱਚ ਆਪਾਂ ਲਿਖਣਾ ਕਿ ਕਿਸ ਪਰਪਸ ਵਾਸਤੇ ਲਿਖ ਰਹੇ ਹਾਂ। ਐਂਡ ਸਾਈਨ ਆਫ ਦੇ ਆਈ ਥਿੰਕ ਇਹ ਤਾਂ ਤੁਹਾਨੂੰ ਸਭ ਨੂੰ ਕਲੀਅਰ, ਇਹ ਇੱਕਦਮ ਲਾਸਟ 'ਤੇ ਆਉਂਦਾ ਹੈ। ਸਭ ਤੋਂ ਪਹਿਲਾਂ ਆਪਾਂ ਟਾਈਟਲ ਦੀ ਗੱਲ ਕਰਨੀ ਆ, ਰਾਈਟ। ਸੋ ਟਾਈਟਲ ਆਹੀ ਨੇ ਜਿਹੜੇ ਆ ਮਤਲਬ ਚਾਰੋਂ ਆਪਾਂ ਦੇਖ ਲਏ, ਇਹਨਾਂ ਨੂੰ ਬੋਲ ਦਿੰਦੇ ਹਾਂ ਆਪਾਂ ਟਾਈਟਲ, ਠੀਕ ਹੈ। ਇਹਦੇ ਨਾਲ ਅੱਗੇ ਤੁਹਾਨੂੰ ਆ ਵੀ ਚੀਜ਼ਾਂ ਲਿਖੀਆਂ ਹੋਈਆਂ ਨੇ ਸਾਈਨ ਆਫ, ਇਹਨਾਂ ਨੂੰ ਆਪਾਂ ਅੱਗੇ ਜਾ ਕੇ ਥੋੜ੍ਹਾ ਦੇਖਦੇ ਹਾਂ, ਠੀਕ ਹੈ, ਐਂਡ 'ਤੇ। ਬਟ ਤੁਸੀਂ ਪਹਿਲਾਂ ਦੇਖ ਲਓ ਕਿ ਟਾਈਟਲ ਕਿਹੜੇ ਨੇ। ਟਾਈਟਲ ਆ ਹੁੰਦੇ ਨੇ, ਟਾਈਟਲ ਸਾਹਮਣੇ ਲਿਖੇ ਹੋਏ ਨੇ ਔਰ ਇਹਨਾਂ ਚਵਾਂ ਨੂੰ ਦੇਖ ਲੈਣਾ ਤੁਸੀਂ, ਰਾਈਟ। ਸਾਈਨ ਆਫ ਜਿਹੜੇ ਲਿਖੇ ਹੋਏ ਨੇ ਦੀਸ ਵਾਰ ਵੀ ਵਿਲ ਸੀ ਇਨ ਨੈਕਸਟ ਸਲਾਈਡ 'ਚ। ਕਹਿੰਦੇ ਯੂ ਮੇ ਯੂਜ਼ ਸਰ ਔਰ ਮੈਡਮ। ਸਰ ਔਰ ਮੈਡਮ ਕਦੋਂ ਯੂਜ਼ ਕਰ ਸਕਦੇ ਹੋ? ਵੈਨ ਯੂ ਡੋਂਟ ਨੋ ਦੀ ਪਰਸਨਸ ਨੇਮ। ਜਦੋਂ ਕਿਸੇ ਬੰਦੇ ਦਾ ਤੁਹਾਨੂੰ ਨਾਮ ਨਹੀਂ ਪਤਾ ਤਾਂ ਸਰ ਐਂਡ ਮੈਡਮ ਵਰਡ ਯੂਜ਼ ਕਰ ਸਕਦੇ ਹਾਂ, ਠੀਕ ਹੈ। ਕਹਿੰਦੇ ਕਿ ਯੂ ਕੈਨ ਆਲਸੋ ਰਾਈਟ ਫਾਰਮਲ ਲੈਟਰ ਟੂ ਸਮਨ ਹੂਜ਼ ਨੇਮ ਯੂ ਨੋ। ਫਾਰਮਲ ਲੈਟਰ ਆਪਾਂ ਉਹਨੂੰ ਵੀ ਲਿਖ ਸਕਦੇ ਹਾਂ ਜਿਹਦਾ ਆਪਾਂ ਨੂੰ ਨਾਮ ਪਤਾ ਵੀ ਹੈ। ਫੋਰ ਐਗਜ਼ਾਮਪਲ ਜਿੱਦਾਂ ਆਪਣਾ ਕੋਈ ਟੀਚਰ ਸੀ, ਮੈਨੇਜਰ ਆ ਜਾਂ ਕਿੱਦਾਂ, ਹੈ ਨਾ, ਮਿਸਟਰ ਰੌਬਸਨ ਜਾਂ ਜੌਨ ਰੌਬਸਨ। ਅਗਰ ਮਿਸਟਰ ਲਿਖਣਾ ਤਾਂ ਫਿਰ ਲਾਸਟ ਨੇਮ ਲਿਖਣਾ ਹੈ ਜੋ ਵੀ ਇਹਦੇ 'ਚ ਸਰਨੇਮ ਲਿਖਿਆ ਹੋਇਆ ਸੀ। ਐਂਡ ਅਗਰ ਪੂਰਾ ਨਾਮ ਲਿਖਣਾ ਚਾਹੁੰਦੇ ਹੋ ਤਾਂ ਜੌਨ ਰੌਬਸਨ, ਠੀਕ ਹੈ। ਕਹਿੰਦੇ ਵੀ ਯੂਜ਼ ਨੋ ਟਾਈਟਲ ਐਂਡ ਨੋ ਲਾਸਟ ਨੇਮ ਵੈਨ ਵੀ ਰਾਈਟ ਟੂ ਫਰੈਂਡ। ਦੇਖੋ ਆਪਣਾ ਟਾਈਟਲ ਅਤੇ ਲਾਸਟ ਨੇਮ ਕੋਈ ਨਹੀਂ ਯੂਜ਼ ਕੀਤਾ ਜਦੋਂ ਆਪਾਂ ਫਰੈਂਡ ਨੂੰ ਲਿਖਿਆ। ਤੁਸੀਂ ਧਿਆਨ ਨਾਲ ਦੇਖ ਸਕਦੇ ਹੋ, ਇੱਥੇ ਵੇਖੋ ਹਾਈ ਡੇਵ ਸਿੱਧਾ ਲਿਖਿਆ ਹੋਇਆ, ਕਿਤੇ ਨਹੀਂ ਲਿਖਿਆ ਮਿਸਟਰ ਡੇਵ ਜਾਂ ਸਰਨੇਮ ਜਾਂ ਮਿਸਟਰ ਡੇਵ ਦੇ ਉੱਪਰ ਜਿੱਦਾਂ ਰੌਬਸਨ ਲਿਖਿਆ ਹੋਇਆ ਕੋਈ ਨਹੀਂ ਲਿਖਿਆ ਆਪਾਂ। ਸੋ ਡਾਇਰੈਕਟ ਲਿਖਦੇ ਹਾਂ, ਰਾਈਟ। ਹੁਣ ਆਪਾਂ ਸੈਕਿੰਡ ਚੀਜ਼ ਦੇਖਦੇ ਹਾਂ ਓਪਨਿੰਗ ਸਟੇਟਮੈਂਟ। ਹੁਣ ਓਪਨਿੰਗ ਸਟੇਟਮੈਂਟ ਬਾਰੇ ਕੀ ਕਹਿੰਦੇ ਨੇ ਕਿ ਧਿਆਨ ਨਾਲ ਦੇਖੋ। ਕਹਿੰਦੇ ਕਿ ਪੇ ਅਟੈਂਸ਼ਨ ਟੂ ਦੀ ਏਮ ਐਂਡ ਦੀ ਪਰਪਸ ਆਫ ਦੀ ਲੈਟਰ। ਓਪਨਿੰਗ ਸਟੇਟਮੈਂਟ ਦਾ ਮਤਲਬ ਇਹੀ ਹੈ ਕਿ ਓਬਵੀਅਸਲੀ ਆਪਾਂ ਉਹਨੂੰ ਦੱਸਣ ਜਾ ਰਹੇ ਹਾਂ ਕਿ ਲੈਟਰ ਕਿਹਦੇ ਬਾਰੇ ਆ। ਫੋਰ ਐਗਜ਼ਾਮਪਲ ਲੈਟਰ ਕਿਹਦੇ ਬਾਰੇ ਹੋ ਸਕਦੀ ਆ? ਐਡਵਾਈਸ ਹੋ ਸਕਦੀ ਆ, ਅਸਿਸਟੈਂਸ ਹੋ ਸਕਦੀ ਆ, ਕੰਪਨਸੇਸ਼ਨ ਹੋ ਸਕਦੀ ਆ। ਟਾਈਟਲ ਤੋਂ ਇੱਕਦਮ ਬਾਅਦ ਆਪਾਂ ਓਪਨਿੰਗ ਸਟੇਟਮੈਂਟ ਹੀ ਲਿਖਣੀ ਹੁੰਦੀ ਆ। ਕਿਸੇ ਚੀਜ਼ ਬਾਰੇ ਕੰਪਲੇਨ ਕਰਨੀ ਹੋ ਸਕਦੀ ਹੈ ਆਪਾਂ, ਰਾਈਟ। ਫੋਰ ਐਗਜ਼ਾਮਪਲ ਵੀ ਨੀਡ ਟੂ ਅਪਲਾਈ, ਵੀ ਨੀਡ ਟੂ ਰਿਜ਼ਾਈਨ ਫਰੋਮ ਅ ਪੋਜੀਸ਼ਨ ਔਰ ਵੀ ਵਾਂਟ ਟੂ ਗਿਵ ਅ ਪੋਜੀਸ਼ਨ। ਕੋਈ ਰਿਕੁਐਸਟ ਕਰਨੀ ਹੋ ਸਕਦੀ ਆ, ਕਿਸੇ ਤੋਂ ਆਪਾਂ ਅਪੋਲੋਜੀ ਲੈਣੀ ਹੈ ਉਹਦੇ ਬਾਰੇ ਹੋ ਸਕਦੀ ਆ, ਇਨਵਾਈਟ ਕਰਨਾ ਕਿਸੇ ਨੂੰ ਉਹਦੇ ਬਾਰੇ ਹੋ ਸਕਦੀ ਆ, ਜਾਂ ਟੂ ਥੈਂਕ ਔਰ ਟੂ ਐਕਸਪ੍ਰੈਸ ਯੂਅਰ ਐਪਰੀਸੀਏਸ਼ਨ। ਹੁਣ ਆਪਾਂ ਥੋੜ੍ਹਾ ਜਿਹਾ ਆਪਾਂ ਨੂੰ ਦੇਖ ਲੈਂਦੇ ਹਾਂ ਓਪਨਿੰਗ ਲਾਈਨ ਨੂੰ ਕਿ ਓਪਨਿੰਗ ਲਾਈਨ ਲਿਖਣੀ ਕਿੱਦਾਂ ਹੈ। ਧਿਆਨ ਨਾਲ ਦੇਖੋ, ਹੁਣ ਇਹ ਆਪਾਂ ਨੂੰ ਦੇਖ ਰਿਹਾ ਕਹਿੰਦੇ ਕਿ ਲੈਟਰ ਯੂਜ਼ਲੀ ਸਟਾਰਟ ਵਿਦ ਐਨ ਓਪਨਿੰਗ ਸਟੇਟਮੈਂਟ। ਟਾਈਟਲ ਤੋਂ ਬਾਅਦ ਇੱਦਾਂ ਮਤਲਬ ਮਿਸਟਰ ਦੇਵ ਆਪਾਂ ਲਿਖਤਾ ਸੀ ਜਾਂ ਹਾਈ ਡੇਵ, ਉਸ ਤੋਂ ਬਾਅਦ ਇਹ ਓਪਨਿੰਗ ਸਟੇਟਮੈਂਟ ਹੀ ਆਉਣੀ ਆ ਆਪਣੀ, ਠੀਕ ਹੈ। ਕਹਿੰਦੇ ਇਹ ਰੀਜ਼ਨ ਹੁੰਦਾ ਲੈਟਰ ਦਾ, ਇਸ ਤੋਂ ਐਗਜ਼ਾਮੀਨਰ ਨੂੰ ਪਤਾ ਲੱਗਦਾ ਹੈ ਕਿ ਕਿਹਦੇ ਬਾਰੇ ਲੈਟਰ ਆ। ਐਂਡ ਦਿਸ ਓਪਨਿੰਗ ਸਟੇਟਮੈਂਟ ਵੈਰੀਜ਼ ਡਿਪੈਂਡਿੰਗ ਔਨ ਵੈਦਰ ਯੂ ਆਰ ਰਾਈਟਿੰਗ ਟੂ ਅ ਫਾਰਮਲ ਔਰ ਇਨਫਾਰਮਲ ਲੈਟਰ। ਇਹ ਡਿਪੈਂਡ ਕਰਦਾ ਫਾਰਮਲ ਲਿਖ ਰਹੇ ਹੋ ਇਨਫਾਰਮਲ ਹਿਸਾਬ ਨਾਲ ਵੈਰੀ ਕਰਦਾ। ਐਗਜ਼ਾਮਪਲ ਲਿਖੇ ਹੋਈਆਂ ਨੀਚੇ। ਫੋਰ ਐਗਜ਼ਾਮਪਲ ਕਹਿੰਦੇ ਆਈ ਐਮ ਰਾਈਟਿੰਗ ਦਿਸ ਲੈਟਰ ਵਿਦ ਰਿਗਾਰਡਸ ਟੂ ਦੀ ਸਕੋਲਰਸ਼ਿਪ। ਹੁਣ ਅਗਰ ਧਿਆਨ ਨਾਲ ਦੇਖੋ ਤੁਹਾਨੂੰ ਦੂਰੋਂ ਹੀ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਆਈ ਐਮ ਵਿਦ ਰਿਗਾਰਡਸ ਟੂ, ਤਾਂ ਕਹਿਣ ਦਾ ਮਤਲਬ ਕਿ ਦਿਸ ਇਜ਼ ਸਮਥਿੰਗ ਰਿਲੇਟਡ ਟੂ ਫਾਰਮਲ ਸਿਚੁਏਸ਼ਨ ਆ, ਠੀਕ ਹੈ। ਨੈਕਸਟ, ਇਟਸ ਬੀਨ ਸੋ ਲੌਂਗ ਸਿੰਸ ਵੀ ਲੋਸਟ। ਇਹਦੇ ਮੈਨੂੰ ਸਟਾਰਟਿੰਗ ਤੋਂ ਪਤਾ ਲੱਗ ਗਿਆ ਸਮਾਲ ਫਾਰਮਸ, ਜਿੱਥੇ ਇੱਦਾਂ ਦੀਆਂ ਸਮਾਲ ਫਾਰਮ ਯੂਜ਼ ਕਰੀਆਂ ਕਿ ਮਤਲਬ ਜਿਹੜੀ ਓਪਨਿੰਗ ਲਾਈਨ ਦੇ ਵਿੱਚ ਇਟ ਮੀਨਸ ਕਿ ਇਹ ਪਰਸਨਲ ਲੈਟਰ ਆ, ਕੋਈ ਇਨਫੋਰਮਲ ਲੈਟਰ ਆਪਾਂ ਲਿਖ ਰਹੇ ਹਾਂ, ਠੀਕ ਹੈ। ਅਗਰ ਆਪਾਂ ਥੋੜ੍ਹਾ ਜਿਹਾ ਇੱਦਾਂ ਦਾ ਸਟਰਕਚਰ ਜਿੱਦਾਂ ਆਈ ਐਮ ਜਸਟ ਰਾਈਟਿੰਗ ਟੂ ਸੇ ਥੈਂਕ ਯੂ ਇੱਦਾਂ ਦਾ ਕੁਛ ਲਿਖ ਰਹੇ ਹਾਂ ਐਂਡ ਉਹਦੇ ਵਿੱਚ ਥੋੜ੍ਹਾ ਅਫੀਸ਼ੀਅਲ ਵੀ ਮੈਂਸ਼ਨ ਆ, ਇਟ ਮੀਨਸ ਦਿਸ ਇਜ਼ ਸਮਥਿੰਗ ਰਿਲੇਟਡ ਟੂ ਸੈਮੀ ਫਾਰਮਲ। ਜਾਣਦੇ ਵੀ ਆਪਾਂ ਬੰਦੇ ਨੂੰ ਔਰ ਅਫੀਸ਼ੀਅਲ ਸੈਟਅਪ ਦੇ ਰਿਲੇਟਡ ਕੁਛ ਗੱਲ ਕਰਨ ਲੱਗੇ ਹਾਂ। ਇਹ ਓਪਨਿੰਗ ਲਾਈਨਸ ਨੇ ਐਂਡ ਓਪਨਿੰਗ ਲਾਈਨ ਦੂਸਰੀ ਲਾਈਨ ਹੁੰਦੀ ਆ ਕਿਸੇ ਵੀ ਲੈਟਰ ਦੀ, ਰਾਈਟ। ਨੈਕਸਟ ਥਰਡ ਚੀਜ਼ ਆ ਗਈ ਸੀ ਜਿਹੜੀ ਆਪਣੀ ਮਤਲਬ ਬੇਸਿਕਲੀ 3 ਪੁਆਇੰਟਸ ਟੂ ਸਟਰਕਚਰ ਕਿਸੇ ਵੀ ਲੈਟਰ ਦੇ ਵਿੱਚ, ਮਤਲਬ ਥਰਡ, ਫੋਰਥ ਔਰ ਫਿਫਥ ਲਾਈਨ, ਮਤਲਬ ਜਿਹੜੀਆਂ ਬੇਸਿਕਲੀ ਆ ਪੈਰਾਗ੍ਰਾਫਸ ਹੁੰਦੇ ਨੇ, ਤੀਸਰਾ, ਚੌਥਾ ਐਂਡ ਪੰਜਵਾਂ, ਉਹ ਕਿਹਦੇ ਬਾਰੇ ਆਪਾਂ ਲਿਖਣਾ ਹੈ, ਸਟਰਕਚਰ ਆਫ ਅ ਲੈਟਰ। ਹੁਣ ਇਹਨੂੰ ਥੋੜ੍ਹਾ ਜਿਹਾ ਸਮਝਦੇ ਹਾਂ, ਇਟ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਸਾਰਾ ਲੈਟਰ ਤੁਹਾਡਾ ਇਹਦੇ 'ਤੇ ਬੇਸਡ ਹੋਣਾ ਹੈ। ਹੁਣ ਮੈਂ ਜਿਹੜੀਆਂ ਪੁਆਇੰਟਸ ਕਹਾਂਗਾ ਉਹਨਾਂ ਨੂੰ ਤੁਸੀਂ ਪਲੀਜ਼ ਥੋੜ੍ਹਾ ਧਿਆਨ ਨਾਲ ਦੇਖ ਲੈਣਾ ਹੈ। ਕਿ ਇਟ ਇਜ਼ ਐਸੈਂਸ਼ੀਅਲ ਡੈਟ ਯੂ ਯੂਜ਼ ਦੀ 3 ਪੁਆਇੰਟਸ ਟੂ ਸਟਰਕਚਰ ਯੂਅਰ ਲੈਟਰ। ਤਿੰਨੋਂ ਪੁਆਇੰਟ ਤੁਹਾਨੂੰ ਆਲਰੇਡੀ ਐਗਜ਼ਾਮੀਨਰ ਨੇ ਦਿੱਤੇ ਹੋਣੇ ਆ, ਉਹ ਮੈਂ ਨੀਚੇ ਐਗਜ਼ਾਮਪਲ ਦੇ ਤੌਰ 'ਤੇ ਵਿਖਾ ਦਿੰਦਾ ਹੈ ਕਿ ਆ ਦੇਖੋ ਫਸਟ ਪੁਆਇੰਟ, ਸੈਕਿੰਡ ਪੁਆਇੰਟ ਐਂਡ ਥਰਡ ਪੁਆਇੰਟ, ਤਿੰਨੋਂ ਪੁਆਇੰਟ ਦਿੱਤੇ ਹੁੰਦੇ ਆ। ਹੁਣ ਇਹਦੇ 'ਚ ਮੇਨ ਪੁਆਇੰਟ ਕੀ ਆ, ਕਹਿੰਦੇ ਕਿ ਪ੍ਰੋਵਾਈਡ ਦੀ ਫਾਊਂਡੇਸ਼ਨ ਫॉर ਦੀ ਇਨਫੋਰਮੇਸ਼ਨ। ਇਹਦੇ ਜੋ ਇਹਦੇ 'ਚ ਦਿੱਤਾ ਆਪਾਂ ਉਹੀ ਲਿਖਣਾ, ਆਪਣੇ ਕੋਲੋਂ ਕੁਛ ਨਹੀਂ ਲਿਖਣਾ। ਆਲ ਪੁਆਇੰਟਸ ਮਸਟ ਬੀ ਇਨਕਲੂਡਡ ਕਲੀਅਰਲੀ, ਸਾਰੇ ਪੁਆਇੰਟਸ ਨੂੰ ਵਧੀਆ ਤਰੀਕੇ ਨਾਲ ਧਿਆਨ ਰੱਖਣਾ ਐਂਡ ਪ੍ਰੋਵਾਈਡਡ ਕਿ ਯੂ ਆਰ ਯੂਜ਼ਿੰਗ ਦੀ ਰਾਈਟ ਵੋਕੈਬਲਰੀ। ਇਫ ਯੂ ਫੇਲ ਟੂ ਇਨਕਲੂਡ ਆਲ ਦਾ ਪੁਆਇੰਟਸ ਇਨ ਯੂਰ ਲੈਟਰ ਯੂਰ ਬੈਂਡ ਸਕੋਰ ਵਿਲ ਬੀ ਲੋਅਰ। ਅਗਰ ਆਪਾਂ ਸਾਰੇ ਰੈਲੇਵੈਂਟ ਪੁਆਇੰਟ ਨਹੀਂ ਦੇ ਪਾਵਾਂਗੇ ਲੈਟਰ ਦੇ ਵਿੱਚ ਤਾਂ ਆਪਣੇ ਬੈਂਡ ਸਕੋਰ ਜਿਹੜੇ ਹੋਣਗੇ ਉਹ ਘੱਟ ਜਾਣਗੇ।
ਹੁਣ ਦੇਖੋ ਕੀ ਲਿਖਿਆ ਹੋਇਆ ਕਿ ਐਨਸ਼ੋਰਿੰਗ ਲੌਜੀਕਲ ਫਲੋ ਇਨ ਦੀ ਪੈਰਾਗ੍ਰਾਫ ਚੂਜ਼ਿੰਗ ਵਨ ਸੈਂਟਰਲ ਆਈਡੀਆ। ਆਹ ਚੀਜ਼ ਬਹੁਤ ਇੰਪੋਰਟੈਂਟ ਆ। ਜੋ ਟੌਪਿਕ ਆ ਉਹਦੇ ਵਿੱਚ ਮੇਨ ਇੱਕ ਸੈਂਟਰਲ ਆਈਡੀਆ ਹੋਊਗਾ, ਉਹਦੇ ਰਿਲੇਟਡ ਹੀ ਤੁਸੀਂ ਪੈਰਾਗ੍ਰਾਫ ਨੂੰ ਡਿਵੈਲਪ ਕਰਨਾ ਹੈ। ਹੁਣ ਦੇਖ ਲਓ, ਜਿੱਦਾਂ ਫੋਰ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਨੀਚੇ ਲਿਖ ਦਿੰਦੇ ਹਾਂ। ਫੋਰ ਐਗਜ਼ਾਮਪਲ ਹੁਣ ਫਸਟ ਜਿੱਦਾਂ ਉਹਨੇ ਕਿਹਾ ਪਹਿਲਾ ਬੁਲੇਟ ਪੁਆਇੰਟ, ਕਹਿੰਦਾ ਮਤਲਬ ਕਿ ਪਹਿਲਾ ਪੈਰਾਗ੍ਰਾਫ ਜਿਹੜਾ ਮੇਰਾ ਹੋਣਾ ਚਾਹੀਦਾ ਆ ਉਹ ਕਿਹਦੇ ਬਾਰੇ ਹੋਣਾ ਚਾਹੀਦਾ ਹੈ? ਅਪੋਲੋਜੀ। ਅਪੋਲੋਜੀ ਕਿਹਦੇ ਬਾਰੇ ਅਪੋਲੋਜੀ ਕਰਨੀ ਆ? ਮਿਸਿੰਗ ਦਾ ਮੀਟਿੰਗ, ਉਹ ਕਿਉਂ ਹੋਈ ਆ ਜਾਂ ਕਿੱਦਾਂ ਆ, ਕਿਵੇਂ ਆ, ਕਿਸ ਦਿਨ ਹੋਈ ਸੀ, ਉਹ ਬਾਅਦ ਦੀਆਂ ਗੱਲਾਂ ਹੈ। ਬਟ ਮੇਰਾ ਸੈਂਟਰਲ ਆਈਡੀਆ ਅਪੋਲੋਜੀ ਦਾ ਰਿਲੇਟਡ ਹੋਣਾ ਚਾਹੀਦਾ ਹੈ। ਐਕਸਪਲੇਨ ਵਾਟ ਹੈਪਨਡ, ਹੋਇਆ ਕੀ ਹੈ, ਜੋ ਹੈਪਨ ਹੋਇਆ ਹੈ ਉਹ ਮੇਰਾ ਸੈਂਟਰਲ ਆਈਡੀਆ ਹੈ, ਫਿਰ ਉਹਨੂੰ ਡਿਵੈਲਪ ਕਰਨਾ ਹੈ। ਐਂਡ ਥਰਡ ਪੁਆਇੰਟ, ਸੇ ਵਾਟ ਯੂ ਵਿਲ ਡੂ ਟੂ ਕੰਪਨਸੇਟ, ਕੀ ਉਹਨੂੰ ਕੰਪਨਸੇਟ ਕਿੱਦਾਂ ਕਰਾਂਗੇ? ਤੀਸਰਾ ਸੈਂਟਰਲ ਆਈਡੀਆ, ਮਤਲਬ ਕਹਿਣ ਦਾ ਮਤਲਬ ਕਿ ਕਿਸੇ ਵੀ ਲੈਟਰ ਦਾ ਥਰਡ, ਫੋਰਥ ਐਂਡ ਫਿਫਥ ਜਿਹੜਾ ਪੁਆਇੰਟ ਆ ਉਹ ਇਹੀ ਹੁੰਦਾ ਹੈ ਕਿ ਆਪਾਂ ਉਹ ਤਿੰਨ ਆਈਡੀਆਜ਼ ਜਿਹੜੇ ਬੁਲੇਟ ਪੁਆਇੰਟ ਉਹਨਾਂ ਨੇ ਦਿੱਤੇ ਆ ਉਹਨਾਂ ਨੂੰ ਇਲੈਬੋਰੇਟ ਕਰੀਏ ਐਂਡ ਇਨ ਲੈਂਥ ਕਰੀਏ ਵਧੀਆ ਤਰ੍ਹਾਂ। ਓਕੇ, ਦੇਖੋ ਹੁਣ ਜਦੋਂ ਆਪਾਂ ਉੱਪਰ ਮੈਂ ਤੁਹਾਨੂੰ ਇੱਕ ਵਾਰੀ ਨਾਲ ਦੀ ਨਾਲ ਦਿਖਾਈ ਜਾਵਾਂ ਤਾਂ ਕਿ ਤੁਹਾਨੂੰ ਇੱਕ ਆਈਡੀਆ ਵੀ ਆਉਂਦਾ ਰਹੇ ਨਾਲ ਦੀ ਨਾਲ। ਦੇਖੋ ਅਜੇ ਤੱਕ ਆਪਾਂ ਕੀ ਕਰ ਚੁੱਕੇ ਹਾਂ? ਅਜੇ ਤੱਕ ਆਪਾਂ ਕੀਤਾ ਟਾਈਟਲ, ਓਪਨਿੰਗ ਸਟੇਟਮੈਂਟ ਦੀ ਗੱਲ ਕਰ ਲਈ ਹੈ, ਠੀਕ ਹੈ। ਐਂਡ ਮੈਂ ਤੁਹਾਨੂੰ ਹੁਣੇ ਸਮਝਾ ਚੁੱਕਿਆ, ਦੇਖੋ ਟਾਈਟਲ ਵੀ ਹੋ ਗਿਆ ਸੀ, ਓਪਨਿੰਗ ਸਟੇਟਮੈਂਟ ਵੀ ਹੋ ਗਈ ਸੀ ਜਿੱਥੋਂ ਆਪਾਂ ਰੀਜ਼ਨ ਲੱਗਿਆ ਸੀ, ਐਂਡ ਬੁਲੇਟ ਪੁਆਇੰਟ 1, ਬੁਲੇਟ ਪੁਆਇੰਟ 2 ਐਂਡ ਬੁਲੇਟ ਪੁਆਇੰਟ 3 ਇਹ ਵੀ ਹੋ ਗਿਆ। ਹੁਣ ਕਲੋਜ਼ਿੰਗ ਸਟੇਟਮੈਂਟ ਹੋਣੀ ਹੈ, ਫਿਰ ਸਾਈਨਿੰਗ ਆਫ, ਫਿਰ ਨੇਮ। ਹੁਣ ਆਪਾਂ ਦੇਖਦੇ ਹਾਂ ਥੋੜ੍ਹਾ ਕਲੋਜ਼ਿੰਗ ਸਟੇਟਮੈਂਟ ਨੂੰ। ਕਲੋਜ਼ਿੰਗ ਸਟੇਟਮੈਂਟ 'ਚ ਕੀ ਹੁੰਦਾ ਹੈ? ਦੇਖੋ ਧਿਆਨ ਦੇ ਨਾਲ ਦੇਖਦੇ ਹਾਂ ਕਿ ਕਹਿੰਦੇ ਕਿ ਬਿਲੋ ਆਰ ਸਮ ਐਗਜ਼ਾਮਪਲਸ ਆਫ ਫਾਈਨਲ ਕਮੈਂਟਸ ਬਿਫੋਰ ਸਾਈਨਿੰਗ ਆਫ। ਇਹ ਜਿਹੜੀ ਲਾਈਨ ਆ, ਇਫ ਨੀਡਡ, ਮਤਲਬ ਜਦੋਂ ਵੀ ਆਪਾਂ ਸਾਈਨਿੰਗ ਆਫ ਕਰਨ ਲੱਗੇ ਹਾਂ, ਯੂਅਰ ਸਿੰਸੀਅਰਲੀ, ਯੂਅਰ ਫੇਥਫੁਲੀ ਜਾਂ ਰਿਗਾਰਡਸ ਕੁਛ ਇੱਦਾਂ ਦਾ ਕਹਿਣ ਲੱਗੇ ਹਾਂ, ਉਸ ਤੋਂ ਪਹਿਲਾਂ ਇਹਨੂੰ ਲਿਖਣਾ। ਫੋਰ ਐਗਜ਼ਾਮਪਲ ਲਿਖਿਆ ਇਟ ਵਿਲ ਬੀ ਗ੍ਰੇਟ ਟੂ ਕੈਚ ਅਪ ਯੂ ਅਗੇਨ, ਕੈਚ ਅਪ ਯੂ ਅਗੇਨ। ਆਈ ਥਿੰਕ ਦੂਰੋਂ ਹੀ ਪਤਾ ਲੱਗ ਰਿਹਾ ਕਿ ਕੁਝ ਫਰੇਜ਼ਸ ਵਗੈਰਾ, ਈਡੀਅਮ ਵਗੈਰਾ ਯੂਜ਼ ਕੀਤੀਆਂ, ਤਾਂ ਓਬਵੀਅਸਲੀ ਕੀ ਆ? ਇਨਫੋਰਮਲ ਲੈਟਰ ਆ, ਰਾਈਟ। ਐਂਡ ਦਿਸ ਇਜ਼ ਸਮਥਿੰਗ ਆਈ ਲੁੱਕ ਫਾਰਵਰਡ ਟੂ ਹੀਅਰਿੰਗ ਫਰੋਮ ਯੂ। ਫਾਰਮਲ ਸੈਟਅਪ ਵਾਸਤੇ ਜਦੋਂ ਕਿਸੇ ਬੰਦੇ ਨੂੰ ਆਪਾਂ ਨਹੀਂ ਜਾਣਦੇ ਜਾਂ ਅਗਰ ਜਾਣਦੇ ਹਾਂ ਬਟ ਅਫੀਸ਼ੀਅਲ ਸੈਟਅਪ ਦੇ ਰਿਲੇਟਡ ਕੋਈ ਗੱਲ ਕਰਨ ਲੱਗੇ ਹਾਂ ਤਾਂ ਆਈ ਲੁੱਕ ਫਾਰਵਰਡ ਟੂ ਹੀਅਰਿੰਗ ਫਰੋਮ ਯੂ, ਇਹਦੀ ਯੂਜ਼ ਕਰਾਂਗੇ ਆਪਾਂ, ਰਾਈਟ। ਦੀ ਨੇਮਸ ਦੀ ਗੱਲ ਕਰਦੇ ਹਾਂ ਇਸ ਤੋਂ ਬਾਅਦ, ਜਦੋਂ ਆਪਣੀ ਕਲੋਜ਼ਿੰਗ ਸਟੇਟਮੈਂਟ ਹੋ ਗਈ ਆ ਉਸ ਤੋਂ ਬਾਅਦ ਆਪਾਂ ਜਿਹਦੀ ਗੱਲ ਕਰਨੀ ਆ ਦੈਟ ਇਜ਼ ਨੇਮਸ। ਇਹ ਬਹੁਤ ਇੰਪੋਰਟੈਂਟ ਆ। ਕਹਿੰਦੇ ਯੂ ਮਸਟ ਯੂਜ਼ ਯੂਰ ਇਮੈਜੀਨੇਸ਼ਨ। ਦੇਖੋ ਕੀ ਕਰਨ ਦੀ ਲੋੜ ਆ? ਇਮੈਜੀਨੇਸ਼ਨ। ਕਈ ਬੱਚੇ ਉੱਥੇ ਨਾਮ ਜਿਹੜੇ ਆ ਜਦੋਂ ਲਿਖਣੇ ਹੁੰਦੇ ਆ ਤਾਂ ਬੜਾ ਛੱਛੋਪੰਜੇ ਵਿੱਚ ਪੈ ਜਾਂਦੇ ਆ ਕਿ ਕੀ ਲਿਖਾਂ ਕੀ ਨਹੀਂ ਲਿਖਾਂ। ਸੋ ਇਟ ਇਜ਼ ਅਪ ਟੂ ਯੂ ਕੈਨ ਯੂਜ਼ ਯੂਰ ਇਮੈਜੀਨੇਸ਼ਨ। ਉਹਨੂੰ ਇਮੈਜੀਨੇਸ਼ਨ ਨੂੰ ਯੂਜ਼ ਕਰਕੇ ਆਪਣੀ ਕੋਈ ਵੀ ਨਾਮ ਲਿਖ ਸਕਦੇ ਹੋ। ਆਪਣਾ ਨਾਮ ਵੀ ਤੁਸੀਂ ਲਿਖ ਕੇ ਆ ਸਕਦੇ ਹੋ। ਕਈ ਵਾਰੀ ਕੀ ਹੁੰਦਾ, ਤੁਸੀਂ ਟਾਸਕ ਦੇ ਵਿੱਚ ਵੀ ਨਾਮ ਲਿਖਣੇ ਹੁੰਦੇ ਆ ਤਾਂ ਤੁਸੀਂ ਇਮੈਜੀਨੇਸ਼ਨ ਨੂੰ ਯੂਜ਼ ਕਰੋ ਐਂਡ ਵਧੀਆ ਵਧੀਆ ਨਾਮ ਲਿਖੋ। ਐਂਡ ਡਿਸਾਈਡ ਦੀ ਨੇਮ ਆਫ ਦ ਪੀਪਲ ਇਨ ਯੂਅਰ ਲੈਟਰ। ਜੋ ਵੀ ਜਿਹਨੂੰ ਐਡਰੈਸ ਕਰਨਾ ਹੈ, ਜੋ ਆਪਣਾ ਨਾਮ ਲਿਖਣਾ ਆਪਣਾ ਲਿਖਣ, ਨਹੀਂ ਤਾਂ ਕਿਸੇ ਹੋਰ ਦਾ ਵੀ ਲਿਖ ਦਿਓ ਐਂਡ ਯੂ ਕੈਨ ਡਿਸਾਈਡ। ਇਹਦਾ ਕੋਈ ਮਤਲਬ ਉਹ ਨਹੀਂ ਹੈ ਕਿ ਤੁਸੀਂ ਆਪਣਾ ਨਾਮ ਲਿਖੋਗੇ ਤੁਹਾਡੇ ਨੰਬਰ ਨਹੀਂ ਆਉਣਗੇ। ਹੁਣ ਦੇਖ ਲਓ ਇਹਦੇ ਨਾਲ ਨੀਚੇ ਆਪਾਂ ਨੂੰ ਦਿੱਤਾ ਵੀ ਹੋਇਆ ਹੈ ਕਿ ਕਿੱਦਾਂ ਲਿਖ ਸਕਦੇ ਹਾਂ। ਫੋਰ ਐਗਜ਼ਾਮਪਲ ਲਿਖਿਆ ਹੋਇਆ ਕਿ ਜਿੱਦਾਂ ਡੀਅਰ ਸਰ ਲਿਖਿਆ ਸੀ ਅਤੇ ਆਪਾਂ ਐਂਡ ਕੀਤਾ ਯੂਅਰਸ ਫੇਥਫੁਲੀ ਨਾ, ਠੀਕ ਹੈ। ਆਪਣਾ ਨਾਮ ਲਿਖਣਾ ਹੈ। ਜਦੋਂ ਕਿਸੇ ਬੰਦੇ ਨੂੰ ਅਨਨੋਨ ਨੂੰ ਲਿਖਣਾ ਫਾਰਮਲ, ਦੇਖੋ ਆਪਾਂ ਨਹੀਂ ਜਾਣਦੇ ਤਾਂ ਤਾਂ ਡੀਅਰ ਸਰ ਲਿਖਿਆ ਹੋਣਾ, ਡੀਅਰ ਸਰ ਦੇ ਨਾਲ ਹਮੇਸ਼ਾ ਫੇਥਫੁਲੀ ਆਉਂਦਾ ਹੈ। ਅਤੇ ਆਪਣਾ ਨਾਮ ਪੂਰਾ ਲਿਖਣਾ ਹੈ, ਮਤਲਬ ਆਲਵੇਜ਼ ਵਿਦ ਦਾ ਫੈਮਿਲੀ ਬਟ ਵਿਦ ਔਰ ਵਿਦਆਊਟ ਅ ਟਾਈਟਲ। ਮਤਲਬ ਤੁਹਾਡੀ ਮਰਜ਼ੀ, ਅਗਰ ਮਿਸਟਰ ਅੱਗੇ ਲਿਖਣਾ ਚਾਹੁੰਦੇ ਹੋ, ਟਾਈਟਲ ਮਿਸਟਰ ਜਾਂ ਮਿਸਿਸ ਜੋ ਵੀ ਲਿਖਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ, ਬਟ ਵੈਸੇ ਨਾਮ ਲਿਖਣਾ ਹੈ, ਰਾਈਟ। ਪੂਰਾ ਨਾਮ ਲਿਖਣਾ ਹੈ ਜਿੱਦਾਂ ਉਹਨਾਂ ਨੇ ਲਿਖਿਆ ਹੋਇਆ। ਅਗਰ ਸਪੋਜ਼ ਕਿਸੇ ਬੰਦੇ ਦਾ ਨਾਮ ਆਪਾਂ ਲਿਖਿਆ ਹੈ, ਉਹਦੇ ਲਈ ਆਪਾਂ ਰਿਕੁਐਸਟ ਕਰਨੀ ਆ, ਅਗੇਨ ਆਪਣੀ ਮਰਜ਼ੀ ਆ ਕਿ ਆਪਾਂ ਪੂਰਾ ਨਾਮ ਲਿਖੀਏ ਵਿਦ ਦਾ ਫੈਮਿਲੀ ਨੇਮ, ਪੂਰਾ ਲਿਖਣਾ ਹੈ ਆਪਣਾ। ਫੋਰ ਐਗਜ਼ਾਮਪਲ ਇੰਦਰਜੀਤ ਸਿੰਘ ਸੋਲ ਪੂਰਾ ਮੈਂ ਲਿਖਾਂਗਾ, ਮੇਰੀ ਮਰਜ਼ੀ ਹੈ ਕਿ ਅੱਗੇ ਮੈਂ ਆਪਣਾ ਟਾਈਟਲ ਲਿਖਣਾ ਹੈ ਕਿ ਨਹੀਂ ਲਿਖਣਾ। ਅਗਰ ਕਿਸੇ ਫਰੈਂਡ ਨੂੰ ਲਿਖਣਾ, ਫੋਰ ਐਗਜ਼ਾਮਪਲ ਹਾਈ ਡੇਵ ਔਰ ਡੀਅਰ ਡੇਵ, ਸੀ ਯੂ ਸੂਨ, ਇੱਦਾਂ ਹੋ ਗਿਆ। ਅਗੇਨ ਫਰੈਂਡ ਵਾਰੀ ਆਪਾਂ ਬਸ ਆਪਣਾ ਜਿਹੜਾ ਆ ਫਸਟ ਨੇਮ ਹੀ ਲਿਖਾਂਗੇ, ਨੋ ਟਾਈਟਲ, ਨਾ ਦੇ ਟਾਈਟਲ ਲਿਖਣਾ ਮਿਸਟਰ ਜਾਂ ਮਿਸਿਸ, ਨਾ ਹੀ ਆਪਣਾ ਫੈਮਿਲੀ ਨੇਮ ਜੋ ਐਂਡ 'ਤੇ ਲਿਖਦਾ ਸਿੰਘ ਵਗੈਰਾ ਕੁਛ ਨਹੀਂ ਲਿਖਣਾ, ਬਸ ਆਪਣਾ ਫਸਟ ਨੇਮ ਲਿਖਣਾ ਬਿਕੋਜ਼ ਇਟ ਇਜ਼ ਇਨਫੋਰਮਲ, ਰਾਈਟ। ਓਕੇ, ਸਾਈਨਿੰਗ ਆਫ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਸੀ। ਇੱਕਦਮ ਲਾਸਟ 'ਤੇ ਜਿਹੜੀ ਇਹ ਚੀਜ਼ ਆਉਣੀ ਆ, ਇਹਦਾ ਮਤਲਬ ਇਹ ਆ ਜਾਂ ਯੂਅਰਸ ਫੇਥਫੁਲੀ ਆਉਣਾ ਹੈ, ਯੂਅਰ ਸਿੰਸੀਅਰਲੀ ਆਉਣਾ ਹੈ, ਜਾਂ ਯੂਅਰ ਸਿੰਸੀਅਰਲੀ ਆਉਣਾ ਹੈ, ਜਾਂ ਸੀ ਯੂ ਸੂਨ ਆਉਣਾ, ਜਾਂ ਟੇਕ ਕੇਅਰ, ਜਾਂ ਆਲ ਦੀ ਬੈਸਟ। ਹੁਣ ਤੁਸੀਂ ਦੇਖੋ ਕਿ ਇਹਦੇ ਰੈਲੇਵੈਂਟ ਹੀ ਧਿਆਨ ਰੱਖਣਾ ਹੈ। ਅਗਰ ਡੀਅਰ ਸਰ ਮੈਡਮ ਲਿਖਿਆ ਤਾਂ ਫੇਥਫੁਲੀ, ਅਗਰ ਸਪੋਜ਼ ਯੂਅਰ ਸਿੰਸੀਅਰਲੀ ਮਤਲਬ ਕਿਸੇ ਦਾ ਨਾਮ ਲਿਖਿਆ ਤਾਂ ਯੂਅਰ ਸਿੰਸੀਅਰਲੀ। ਅਗਰ ਮਤਲਬ ਨਾਮ ਦੋ ਤਰੀਕੇ ਨਾਲ ਲਿਖ ਸਕਦੇ ਹਾਂ, ਜਾਂ ਤਾਂ ਪੂਰਾ ਨਾਮ ਲਿਖੋ ਵਿਦਆਊਟ ਟਾਈਟਲ, ਜਾਂ ਵਿਦ ਟਾਈਟਲ ਐਂਡ ਉਹਦਾ ਬੰਦੇ ਦਾ ਕਿਹੜਾ ਆ ਲਾਸਟ ਨੇਮ ਲਿਖੋ ਜਿੱਦਾਂ ਇਹਦੇ ਵਿੱਚ ਲਿਖਿਆ ਹੋਇਆ, ਰਾਈਟ, ਫੈਮਿਲੀ ਨੇਮ ਦੇ ਨਾਲ। ਐਂਡ ਅਗਰ ਫਰੈਂਡ ਦਾ ਨਾਮ ਹੈ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸੀ ਯੂ ਸੂਨ ਜਾਂ ਟੇਕ ਕੇਅਰ ਲਿਖਦੇ ਹਾਂ, ਠੀਕ ਹੈ। ਐਂਡ ਇਹ ਇਨਫੋਰਮਲ ਐਂਡ ਸੈਮੀ ਫੋਰਮਲ ਦੋਵਾਂ 'ਚ ਚੱਲ ਜਾਂਦਾ, ਰਾਈਟ।
ਹੁਣ ਇਹਨਾਂ ਨੇ ਕੀ ਲਿਖਿਆ ਕਿ ਯੂ ਯੂਜ਼ ਸਾਇਰਨ ਮੈਡਮ ਵੈਨ ਵੀ ਡੋਂਟ ਨੋ ਦੀ ਨੇਮ। ਐਗਜ਼ੈਕਟਲੀ ਇੱਥੇ ਯਾਦ ਰੱਖਣਾ ਕਿ ਸਾਇਰਨ ਮੈਡਮ ਉਦੋਂ ਹੀ ਯੂਜ਼ ਕਰਦੇ ਆ, ਠੀਕ ਹੈ। ਐਂਡ ਟਾਈਟਲ ਵੀ ਯੂਜ਼ ਨੋ ਟਾਈਟਲ ਐਂਡ ਨੋ ਲਾਸਟ ਨੇਮ। ਜਦੋਂ ਆਪਾਂ ਆਪਣੇ ਫਰੈਂਡ ਨਾਲ ਗੱਲ ਕਰਦੇ ਹਾਂ ਤਾਂ ਵੀ ਡੂ ਨਾਟ ਯੂਜ਼ ਐਨੀ ਟਾਈਟਲ, ਰਾਈਟ। ਇਹਨੂੰ ਤੁਸੀਂ ਧਿਆਨ ਨਾਲ ਦੇਖ ਕੇ ਪੜ੍ਹ ਸਕਦੇ ਹੋ, ਸਕਰੀਨਸ਼ਾਟ ਲੈ ਸਕਦੇ ਹੋ। ਇਹ ਸੀਗੇ ਪਹਿਲੇ ਆਪਣੇ 3 ਪੁਆਇੰਟ ਕਿਸੇ ਵੀ ਲੈਟਰ ਨੂੰ ਲਿਖਣ ਲਈ। ਹੁਣ ਆਪਾਂ 4th ਪੁਆਇੰਟ ਕਰਦੇ ਹਾਂ। ਇਹਦੇ ਵਿੱਚ ਨਾਓ ਔਨਵਰਡਸ ਆਪਾਂ ਕੀ ਕਰਨਾ ਹੈ, ਹਰ ਇੱਕ ਲੈਟਰ ਨੂੰ ਥੋੜ੍ਹਾ ਧਿਆਨ ਨਾਲ ਦੇਖ ਲੈਂਦੇ ਹਾਂ ਕਿ ਫਾਰਮਲ ਲੈਟਰ ਦੀ ਕੀ ਰਿਕੁਆਇਰਮੈਂਟ ਹੁੰਦੀ ਹੈ, ਠੀਕ ਹੈ। ਹੁਣ ਫਾਰਮਲ ਲੈਟਰ ਦੇਖਦੇ ਹਾਂ। ਫਾਰਮਲ ਲੈਟਰ 'ਚ ਮੈਂ ਤੁਹਾਨੂੰ ਅਗੇਨ ਦੱਸ ਚੁੱਕਿਆ ਸੀ, ਵੀ ਹੈਵ ਟੂ ਕੀਪ ਇਨ ਮਾਈਂਡ ਕਿ ਬੇਸਿਕਲੀ ਆਪਾਂ ਪੁਆਇੰਟ ਕਿੰਨੇ ਆ, 8 ਪੁਆਇੰਟ ਯਾਦ ਰੱਖਣੇ ਆ। ਉਹੀ 8 ਪੁਆਇੰਟ ਹਰ ਵਾਰੀ ਯਾਦ ਕਰਾਂਗੇ। ਸਭ ਤੋਂ ਪਹਿਲਾਂ ਟਾਈਟਲ, ਫਿਰ ਐਕਸਪਲੇਨੇਸ਼ਨ ਉਹਦਾ ਰੀਜ਼ਨ ਮੀਨਸ ਓਪਨਿੰਗ ਲਾਈਨ, ਪੈਰਾਗ੍ਰਾਫ 1, ਪੈਰਾਗ੍ਰਾਫ 2, ਪੈਰਾਗ੍ਰਾਫ 3, ਉਹਦਾ ਕਲੋਜ਼ਿੰਗ ਸੈਂਟੈਂਸ, ਸਾਈਨਿੰਗ ਆਫ ਐਂਡ ਨੇਮ। ਇਹ ਤੁਸੀਂ ਯਾਦ ਰੱਖਣਾ ਹੈ। ਆਪਣੇ ਲੈਟਰ ਨੂੰ ਜਦੋਂ ਤੁਸੀਂ ਲਿਖ ਲਿਆ ਤਾਂ ਤੁਸੀਂ ਆਪਣੇ ਆਪ ਕ੍ਰੋਸ ਚੈੱਕ ਕਰ ਸਕਦੇ ਹੋ ਕਿ ਤੁਸੀਂ ਸਾਰੀ ਇਨਫੋਰਮੇਸ਼ਨ ਇਨਕਲੂਡ ਕੀਤੀ ਆ। ਅਗਰ ਨਹੀਂ ਕੀਤੀ ਤਾਂ ਇਟ ਮੀਨਸ ਕਿ ਤੁਹਾਡਾ ਲੈਟਰ ਇਨਕੰਪਲੀਟ ਆ, ਰਾਈਟ। ਹੁਣ ਇੱਕ ਦੇਖ ਲੈਂਦੇ ਹਾਂ ਸਟੇਟਮੈਂਟ। ਫੋਰ ਐਗਜ਼ਾਮਪਲ ਆ ਲਿਖੀ ਹੋਈ ਆ ਕਿ ਰਾਈਟ ਅ ਲੈਟਰ ਟੂ ਯੂਰ ਬੌਸ, ਉਹਨੂੰ ਅਪੋਲੋਜਾਈਜ਼ ਕਰਨਾ ਹੈ ਫॉर ਦੀ ਰੀਸੈਂਟ ਮੀਟਿੰਗ ਯੂ ਮਿਸਡ ਐਟ ਵਰਕ। ਕੋਈ ਮੀਟਿੰਗ ਤੁਸੀਂ ਰੀਸੈਂਟਲੀ ਮਿਸ ਕੀਤੀ ਆ। ਉਹਨਾਂ ਕਿਹਾ ਕਿ 3 ਬੁਲੇਟ ਪੁਆਇੰਟ ਸਾਹਮਣੇ ਜਿਹੜੇ ਲਿਖੇ ਆ, ਇਹਨਾਂ 3 ਬੁਲੇਟ ਪੁਆਇੰਟ ਨੂੰ ਲਿਖੋ, ਅਪੋਲੋਜਾਈਜ਼ ਕਰੋ ਮੀਟਿੰਗ ਵਾਸਤੇ, ਐਕਸਪਲੇਨ ਕਰੋ ਵਾਟ ਹੈਪਨਡ ਐਂਡ ਸੇ ਵੈਨ ਯੂ ਵਟ ਯੂ ਵਿਲ ਡੂ ਟੂ ਕੰਪਨਸੇਟ। ਹੁਣ ਆਪਾਂ ਇਹਨੂੰ ਦੇਖ ਲੈਂਦੇ ਹਾਂ, ਠੀਕ ਹੈ। ਫਸਟ ਮੈਂ ਲਿਖ ਲਿਆ, ਦੇਖੋ ਦਿਸ ਇਜ਼ ਟਾਈਟਲ ਐਂਡ ਹਰ ਇੱਕ ਦੇ ਵਿਚਕਾਰ ਦੇਖੋ ਮੈਂ ਜਗ੍ਹਾ ਛੱਡੀ ਹੋਈ ਆ। ਹਰ BP ਦੇ ਵਿਚਕਾਰ ਇੱਕ ਮੈਂ ਜਗ੍ਹਾ ਛੱਡੀ ਹੈ। ਤੁਸੀਂ ਚੀਜ਼ ਜਿਹੜੀ ਨੇ ਇਹਨੂੰ ਨੋਟ ਡਾਊਨ ਕਰ ਸਕਦੇ ਹੋ ਕਿ ਆਪਾਂ ਹਰ ਇੱਕ BP ਤੋਂ ਬਾਅਦ ਜਗ੍ਹਾ ਛੱਡਣੀ ਹੈ, ਠੀਕ ਹੈ। ਹੁਣ ਦੇਖੋ ਮੈਂ ਉਹਦਾ ਨਾਮ ਲਿਖਿਆ ਕਿਉਂਕਿ ਮੈਨੂੰ ਉਹਦਾ ਨਾਮ ਪਤਾ, ਤਾਂ ਓਬਵੀਅਸਲੀ ਮੈਂ ਤੁਹਾਨੂੰ ਬੋਲਿਆ ਸੀ ਜਿਹੜਾ ਆਪਾਂ ਫਾਰਮਲ ਸੈਟਅਪ ਉਹਦੇ 'ਚ ਨਾਮ ਲਿਖਣਾ ਤਾਂ ਲਿਖ ਸਕਦੇ ਹਾਂ, ਅਗਰ ਨਹੀਂ ਪਤਾ ਤਾਂ ਰਹਿਣ ਸਕਦੇ ਹਾਂ। ਇਹਦੇ 'ਚ ਹੁਣ ਆਪਾਂ ਬਸ ਇੱਕ ਦੇਖੋ ਉਹ ਬੰਦੇ ਦਾ ਜਿਹੜਾ ਹੈ ਸਰ ਨੇਮ ਹੀ ਲਿਖਿਆ ਹੋਇਆ ਹੈ, ਮਤਲਬ ਫੈਮਿਲੀ ਨੇਮ ਹੀ ਲਿਖਿਆ ਹੋਇਆ ਹੈ, ਠੀਕ ਹੈ। ਫੁੱਲ ਨੇਮ ਨਹੀਂ ਆਪਾਂ ਲਿਖਿਆ, ਸੋ ਤਾਈਓ ਆਪਾਂ ਅੱਗੇ ਟਾਈਟਲ ਲਾਇਆ। ਅਗਰ ਫੁੱਲ ਨੇਮ ਲਿਖਣਾ ਹੁੰਦਾ ਫਿਰ ਆਪਾਂ ਟਾਈਟਲ ਨਹੀਂ ਲਾਣਾ ਸੀ। ਡੀਅਰ ਮਿਸਟਰ ਡਰੂਮੈਂਡ, ਆਈ ਐਮ ਰਾਈਟਿੰਗ ਟੂ ਅਪੋਲੋਜਾਈਜ਼ ਫॉर ਦੀ ਮੀਟਿੰਗ। ਆ ਤਾਂ ਦੇਖੋ ਸਟਰਕਚਰ ਹੀ ਆ ਉਹਦੇ ਵਾਸਤੇ, ਫਾਰਮਲ ਲੈਟਰ ਵਾਸਤੇ। ਆਈ ਮਿਸਡ ਔਨ October 20th ਅਬਾਊਟ ਡਿਵੈਲਪਮੈਂਟ ਪਲਾਨਸ ਫॉर ਦ ਕੰਪਨੀ। ਇੱਥੇ ਮੋਸਟਲੀ ਕੀ ਬੱਚੇ ਹੈਜ਼ ਹੈ ਲਾ ਦਿੰਦੇ ਆ, ਤਾਂ ਨਹੀਂ, ਆਪਾਂ ਨੋਰਮਲੀ ਵਰਬ ਦੀ ਸੈਕਿੰਡ ਫਾਰਮ ਯੂਜ਼ ਕਰਨੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਲੈਂਗੁਏਜ ਦਾ ਤੁਹਾਨੂੰ ਆਟੋਮੈਟਿਕਲੀ ਪਤਾ ਲੱਗੀ ਜਾਊਗਾ ਕਿ ਆਈ ਐਮ ਸਿੰਸੀਅਰਲੀ ਸੌਰੀ। ਦੇਖੋ ਸਿੰਸੀਅਰਲੀ ਸੌਰੀ ਮਤਲਬ ਇਹਦੇ 'ਚੋਂ ਪਤਾ ਲੱਗ ਰਿਹਾ ਕਿ ਇੱਕ ਫਾਰਮਲ ਟੱਚ ਆ। ਸਿੰਸੀਅਰਲੀ ਸੌਰੀ ਫॉर ਨਾਟ ਬੀਇੰਗ ਏਬਲ ਟੂ ਅਟੈਂਡ ਦਿਸ ਮੀਟਿੰਗ ਐਂਡ ਆਈ ਐਮ ਅ ਮੇਅਰ। ਇਹ ਕਿਹੜੀ ਚੀਜ਼ ਦਾ ਆਂਸਰ ਦੇ ਰਿਹਾ ਮੈਂ? ਫਸਟ ਅਪੋਲੋਜੀ ਕਰ ਰਿਹਾ। ਦੇਖੋ ਮੇਰਾ ਮੇਨ ਆਈਡੀਆ ਸੀ ਅਪੋਲੋਜੀ ਕਰਨਾ, ਸੈਂਟਰਲ ਆਈਡੀਆ ਹੈ, ਠੀਕ ਹੈ। ਆਈ ਐਮ ਅਵੇਅਰ ਆਫ ਦੀ, ਮੈਨੂੰ ਇੰਪੋਰਟੈਂਸ ਦਾ ਪਤਾ ਹੈ ਇਸ ਦੀ ਮੀਟਿੰਗ ਦਾ, ਬਟ ਅਨਫੋਰਚੂਨੇਟਲੀ ਮਾਈ ਐਬਸੈਂਸ ਵਾਜ਼ ਅਨਅਵਾਇਡੇਬਲ। ਮੈਨੂੰ ਜਾਣਾ ਹੀ ਪੈਣਾ ਸੀ, ਮੈਂ ਨਹੀਂ ਐਬਸੈਂਟ ਹੋ ਸਕਦਾ ਸੀ ਉਸ ਚੀਜ਼ ਤੋਂ। ਹੁਣ ਨੈਕਸਟ ਉਹਨਾਂ ਲਿਖੀ ਆ ਐਕਸਪਲੇਨ ਵਾਟ ਹੈਪਨਡ, ਕੀ ਹੋਇਆ ਹੈ ਉਹਨੂੰ ਐਕਸਪਲੇਨ ਕੀਤਾ। ਅਗੇਨ ਇਹਦਾ ਸੈਂਟਰਲ ਆਈਡੀਆ ਐਕਸਪਲੇਨੇਸ਼ਨ 'ਤੇ ਹੋਊਗਾ। ਦੇਖੋ ਰੀਜ਼ਨ ਫॉर ਨਾਟ ਅਟੈਂਡਿੰਗ ਦਿਸ ਮੀਟਿੰਗ ਵਾਜ਼ ਡੈਟ ਆਈ ਹੈਡ ਅ ਕਾਰ ਐਕਸੀਡੈਂਟ ਔਨ ਦ ਵੇ ਟੂ ਵਰਕ, ਠੀਕ ਹੈ। ਡੈਟ ਆਈ ਹੈਡ, ਡੈਟ ਤੋਂ ਲਾਇਆ ਕਿ ਆਈ ਹੈਡ ਅ ਕਾਰ ਐਕਸੀਡੈਂਟ। ਆਲਦੋ ਦੇਖੋ ਕੰਪਲੈਕਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਦੀ ਐਕਸੀਡੈਂਟ ਵਾਜ਼ ਨਾਟ ਸੀਰੀਅਸ, ਆਈ ਵਾਜ਼ ਟੇਕਨ ਟੂ ਦੀ ਹੌਸਪੀਟਲ ਫॉर ਚੈੱਕਅਪ ਐਂਡ ਨਾਟ ਅਲਾਉਡ ਟੂ ਲੀਵ ਅੰਟਿਲ। ਅਗੇਨ ਸੀ ਕੰਪਲੈਕਸਿਟੀ ਲਿਆਂਦੀ ਹੈ। And I had given all the clear from the doctor. I understand how crucial this meeting was and therefore see again therefore ਹੁਣ ਇਹ therefore ਜਿਹੜਾ ਵਰਡ ਆ although ਜਿੱਦਾਂ ਆ ਰਿਹਾ ਇਹ ਸਾਰੇ ਜਿਹੜੇ ਨੇ ਫਾਰਮਲ ਦੇ ਨੇ। ਅਦਰਵਾਈਜ਼ ਅਗਰ ਇਨਫਾਰਮਲ ਹੁੰਦਾ ਤਾਂ ਇਹਦੀ therefore ਦੀ ਜਗ੍ਹਾ 'ਤੇ ਮੈਂ ਬਟ ਯੂਜ਼ ਕੀਤਾ ਹੋਣਾ ਸੀ, ਰਾਈਟ। ਸੋ ਇਹ ਚੀਜ਼ਾਂ ਤੁਸੀਂ ਧਿਆਨ ਰੱਖੋ। ਹੁਣ ਸੋ ਆਈ ਹੈਵ ਆਸਕਡ ਵਨ ਆਫ ਮਾਈ ਕੋਲੀਗ, ਦੇਖੋ ਮੈਂ ਤੁਹਾਨੂੰ ਕਹਿੰਦਾ ਇਮੈਜੀਨੇਸ਼ਨ ਯੂਜ਼ ਕਰਨੀ ਆ। ਸੈਂਡਰਾ ਬਰਾਊਨ, ਉਹਦਾ ਐਗਜ਼ੈਕਟ ਨਾਮ ਲਿਖਣਾ, ਬੀ ਸਪੈਸੀਫਿਕ, ਜਿੰਨਾ ਸਪੈਸੀਫਿਕ ਲਿਖੋਗੇ ਉਨੀ ਜਿਹੜੀ ਫਾਰਮਲ ਲੈਟਰ ਵਧੀਆ ਲੱਗਦੀ ਹੈ, ਠੀਕ ਹੈ ਜੀ। ਟੂ ਰਿਵਿਊ ਦਾ ਮੀਟਿੰਗ ਵਿਦ ਮੀ ਆਫਟਰ ਵਰਕ ਟੂਡੇ, ਵੀ ਵਿਲ ਗੋ ਓਵਰ ਆਲ ਦੀ ਡਿਵੈਲਪਮੈਂਟ ਪਲਾਨਸ ਐਂਡ ਆਲਸੋ ਪੀਪਲਸ ਰੂਲਸ ਐਂਡ ਰਿਸਪੋਂਸਿਬਿਲਿਟੀ। ਬਾਈ ਦ ਐਂਡ ਆਫ ਦੀ ਡੇ ਟੂਡੇ ਆਈ ਵਿਲ ਬੀ ਅਪ ਟੂ ਸਪੀਡ ਅਪ ਵਿਦ ਆਲ ਦ ਪਲਾਨਸ। ਸੋ ਓਬਵੀਅਸਲੀ ਆਪਾਂ ਉਹ ਲਿਖਿਆ ਕਿ ਮੈਂ ਕੀ ਕਰਾਂਗਾ ਉਸ ਚੀਜ਼ ਨੂੰ ਕੰਪਨਸੇਟ ਕਰਨ ਵਾਸਤੇ। ਹੁਣ ਆਹ ਜਿਹੜੀ ਲਾਈਨ ਆ ਇੱਕ ਆਦੀ ਲਾਈਨ ਹੋ ਜਾਂਦੀ ਆ ਜਿਹੜੀ ਆਪਣੀ ਤੁਹਾਨੂੰ ਉੱਪਰ ਸਮਝਾਇਆ ਸੀ ਦਿਸ ਲਾਈਨ ਕਲੋਜ਼ਿੰਗ ਸੈਂਟੈਂਸ। ਕਲੋਜ਼ਿੰਗ ਸੈਂਟੈਂਸ 'ਚ ਹੁਣ ਆਪਾਂ ਕੀ ਲਿਖਿਆ ਹੋਇਆ? ਆਈ ਲਿਖਿਆ ਹੋਇਆ ਕਿ ਆਈ ਹੋਪ ਯੂ ਵਿਲ ਫੋਰਗਿਵ ਮਾਈ ਐਬਸੈਂਸ ਐਂਡ ਅਸ਼ੋਰਡ ਆਫ ਮਾਈ ਕਮਿਟਮੈਂਟ ਟੂ ਦਿਸ ਕੰਪਨੀ ਐਂਡ ਇਟਸ ਫਿਊਚਰ। ਅਤੇ ਤੁਸੀਂ ਮਤਲਬ ਇਸ ਚੀਜ਼ ਦਾ ਧਿਆਨ ਰੱਖੋਗੇ। ਹੁਣ ਦੇਖੋ ਆਪਾਂ ਕਿਸੇ ਬੰਦੇ ਦਾ ਨਾਮ ਲਿਖਿਆ ਸੀ ਇਸ ਕਰਕੇ ਸਿੰਸੀਅਰਲੀ ਯੂਜ਼ ਕੀਤਾ ਹੈ। ਨੀਚੇ ਆਪਾਂ ਆਪਣਾ ਜਿਹੜਾ ਨਾਮ ਆ ਫੁੱਲ ਲਿਖਿਆ, ਠੀਕ ਹੈ। It depends and if you want to write the title you can write Mr. Richard Borland, ਉਹ ਤੁਹਾਡੇ ਤੇ ਹੈ। ਨੈਕਸਟ ਇਜ਼ ਸੈਮੀ ਫਾਰਮਲ। ਇਹ 5th ਪੁਆਇੰਟ ਹੈ ਤੁਹਾਡਾ ਹੁਣ ਜਿਹੜਾ ਅੱਜ ਦਾ। ਅਗੇਨ ਸਟਰਕਚਰ ਉਹੀ ਹੈ ਜੀ, ਟਾਈਟਲ, ਫਿਰ ਉਹਦਾ ਰੀਜ਼ਨ ਦੇਣਾ ਲੈਟਰ ਨੂੰ ਲਿਖਣ ਦਾ, 3 ਬੁਲੇਟ ਪੁਆਇੰਟ ਜਿਹੜੇ ਉਹਨਾਂ ਨੇ ਦਿੱਤੇ ਆ, ਫਿਰ ਆਪਣਾ ਕਲੋਜ਼ਿੰਗ ਸੈਂਟੈਂਸ, ਫਿਰ ਆਪਣਾ ਸਾਈਨ ਆਫ ਐਂਡ ਫਿਰ ਆਪਣਾ ਨਾਮ। ਹੁਣ ਲੈਟਰ ਜਿਹੜਾ ਆਪਾਂ ਲਿਖਣ ਜਾ ਰਹੇ ਹਾਂ ਉਹ ਕਿਹਦੇ ਬਾਰੇ ਆ? ਉਹ ਹੈਗਾ ਕਿ ਯੂ ਆਰ ਵਰਕਿੰਗ ਫॉर ਅ ਕੰਪਨੀ
and you need to take some time off and want to ask your manager about this, write a letter to the manager। ਹੁਣ ਇਹ ਸੈਮੀ ਫਾਰਮਲ ਆ। ਸੈਮੀ ਫਾਰਮਲ ਕਿਉਂ ਆ? ਕਿਉਂਕਿ ਯੂ ਆਰ ਵਰਕਿੰਗ ਫॉर ਅ ਕੰਪਨੀ ਐਂਡ ਯੂ ਨੀਡ ਟੂ ਟੇਕ ਸਮ ਟਾਈਮ ਆਫ। ਤੁਸੀਂ ਜਾਣਦੇ ਹੋ ਉਸ ਕੰਪਨੀ ਨੂੰ, ਤਾਂ ਤੁਹਾਨੂੰ ਟਾਈਮ ਆਫ ਚਾਹੀਦਾ ਹੈ ਕਿ ਸੈਮੀ ਫਾਰਮਲ ਆ, ਤਾਂ ਓਬਵੀਅਸਲੀ ਉਸ ਬੰਦੇ ਨੂੰ ਜਾਣਦੇ ਆ, ਲੇਕਿਨ ਓਫੀਸ਼ੀਅਲ ਕੁਝ ਗੱਲ ਕਰਨ ਲੱਗੇ ਆਪਾਂ। 3 ਬੁਲਟ ਪੁਆਇੰਟ ਨੇ। explain why you want to take time off, give details of the amount of time you need, and suggest how your work could be covered। ਓਕੇ, ਅਗੇਨ ਉਹੀ ਲੈਟਰ ਆ, ਤੁਸੀਂ ਧਿਆਨ ਦੇ ਨਾਲ ਦੇਖ ਲੈਣਾ ਕਿ ਆਈ ਐਮ ਰਾਈਟਿੰਗ ਟੂ ਰਿਕੁਐਸਟ ਯੂ, ਰਿਕੁਐਸਟ ਕੀਤੀ। ਸਟਾਰਟਿੰਗ 'ਚ ਜੇ ਆਪਾਂ ਨਾਮ ਲਿਖਿਆ ਹੈ ਅਤੇ ਐਂਡ 'ਤੇ ਆਪਾਂ ਸਿੰਸੀਅਰਲੀ ਵੀ ਯੂਜ਼ ਕਰ ਸਕਦੇ ਹਾਂ। ਸੈਮੀ ਫਾਰਮਲ ਆ ਅਤੇ ਕਾਈਂਡ ਰਿਗਾਰਡਸ ਵੀ ਲਿਖ ਸਕਦੇ ਹੋ ਤੁਸੀਂ, ਠੀਕ ਹੈ। ਐਂਡ ਲੈਟਰ ਨੂੰ ਪੌਜ਼ ਕਰਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਕਿ ਇਟਸ ਮਾਈ ਪੇਰੈਂਟਸ ਵੈਡਿੰਗ ਐਨੀਵਰਸਰੀ ਔਨ 22th March 22nd of March, and they are planning to celebrate their special day with their children and grandchildren in cottage। ਥੋੜ੍ਹਾ ਕੰਪਲੈਕਸ ਬਣਾਇਆ ਹੈ ਵਿੱਚ ਦੀ ਹੈਲਪ ਨਾਲ, ਠੀਕ ਹੈ। ਤੁਸੀਂ ਵੀ ਬਣਾ ਸਕਦੇ ਹੋ ਇੱਦਾਂ ਹੀ। ਹੁਣ ਸੈਕਿੰਡ ਪੁਆਇੰਟ ਕੀ ਸੀ? ਹਰ ਇੱਕ ਪੁਆਇੰਟ ਕਿ ਗਿਵ ਡਿਟੇਲਸ ਆਫ ਦੀ ਅਮਾਊਂਟ ਆਫ ਟਾਈਮ ਯੂ ਨੀਡ। ਕਿੰਨਾ ਅਮਾਊਂਟ ਚਾਹੀਦਾ ਟਾਈਮ ਦਾ? ਦੇਖੋ ਐਗਜ਼ੈਕਟ ਉਹਦਾ ਆਨਸਰ ਦਿੱਤਾ ਹੈ, ਟੂ ਪਾਰਟੀਸਪੇਟ ਇਨ ਦਿਸ ਸਪੈਸ਼ਲ ਓਕੇਜਨ ਆਈ ਵੁਡ ਨੀਡ ਟੂ ਬੀ ਅਵੇ ਫਰੋਮ ਵਰਕ ਫॉर 4 days, 4 ਦਿਨਾਂ ਦੇ ਲਈ, ਫਰੋਮ Tuesday 19 to the Friday 22nd। My schedule for that week is relatively light apart from the 2 meetings with my clients। I assure you that my absence will in no way affect your work as an। again ਦੇਖੋ ਮੈਂ ਤੁਹਾਨੂੰ ਬੋਲਿਆ ਸੀ ਨਾ, ਬੀ ਸਪੈਸੀਫਿਕ। ਥੋੜਾ ਸੈਮੀ ਫਾਰਮਲ ਅਤੇ ਇਹ ਜਿਹੜੀਆਂ ਫਾਰਮਲ ਲੈਟਰ ਨੇ ਉਹਦੇ ਵਿੱਚ ਨਾਮ ਨੂੰ ਵਗੈਰਾ ਜਿਹੜੀਆਂ ਸਪੈਸੀਫਿਕ ਰੱਖੋ ਆਪਣੇ, ਠੀਕ ਹੈ। in place as she has dealt with both of these clients in past, I have no other meetings nor any other urgent work that needs to be completed at that time। I would be very grateful if you could allow me। ਆ ਜਿਹੜੀਆਂ ਨੇ ਆਪਣੀਆਂ ਕਲੋਜ਼ਿੰਗ ਸੈਂਟੈਂਸਸ ਨੇ ਕਿ ਕੀ ਚਾਹੁੰਦਾ ਮੈਂ ਕਿ 4 days ਦਾ ਮੈਨੂੰ ਆਫ ਦੇ ਦਿਓ, ਐਂਡ ਇਟ ਇਜ਼ ਵੀ ਵੈਰੀ ਇੰਪੋਰਟੈਂਟ ਫॉर ਮਾਈ ਪੇਰੈਂਟਸ that I attend, and I would appreciate if you could let me know by the end of the week। ਬਾਕੀ ਨੋਰਮਲ ਆ, ਠੀਕ ਹੈ ਜੀ। 6th ਪੁਆਇੰਟ ਜਿਹੜਾ ਹੈ, ਦਿਸ ਇਜ਼ ਅਬਾਊਟ ਇਨਫੋਰਮਲ ਲੈਟਰ, ਐਂਡ ਅਗੇਨ ਸਟਰਕਚਰ ਉਹੀ ਰਹਿਣਾ ਹੈ ਜੀ। ਜੇ ਤੁਸੀਂ ਉੱਪਰ ਸਾਰਿਆਂ ਨੇ ਦੇਖ ਰਹੇ ਹੋ ਧਿਆਨ ਨਾਲ, ਤਾਂ ਯੂ ਵਿਲ ਗੈਟ ਦੀ ਆਈਡੀਆ। ਸਭ ਤੋਂ ਪਹਿਲਾਂ ਟਾਈਟਲ, ਫਿਰ ਐਕਸਪਲੇਨੇਸ਼ਨ, ਪੈਰਾਗ੍ਰਾਫ 1, ਪੈਰਾਗ੍ਰਾਫ 2, ਪੈਰਾਗ੍ਰਾਫ 3, ਤੁਹਾਡਾ ਕਲੋਜ਼ਿੰਗ ਸੈਂਟੈਂਸ, ਸਾਈਨਿੰਗ ਆਫ, ਐਂਡ ਐਟ ਦ ਲਾਸਟ ਵਟ ਯੂਰ ਨੇਮ, ਰਾਈਟ। ਹੁਣ ਯਾਰ ਕੀ ਫਰੈਂਡ ਆ, ਵੀ ਡੂ ਨਾਟ ਨੀਡ ਟੂ ਰਾਈਟ ਐਨੀ ਟਾਈਟਲ ਔਰ ਫੈਮਿਲੀ ਨੇਮ, ਰਾਈਟ। ਸੋ ਕੀ ਹੈ, ਕਹਿੰਦੇ ਰਾਈਟ ਅ ਲੈਟਰ ਟੂ ਯੂਰ ਫਰੈਂਡ ਨੂੰ ਲਿਖਣਾ ਹੈ। ਯੂ ਹੈਵ ਬੋਰੋਡ ਸਮਥਿੰਗ ਫਰੋਮ ਯੂਰ ਫਰੈਂਡ ਐਂਡ ਇਟ ਗॉट ਡੈਮੇਜਡ। ਕੋਈ ਚੀਜ਼ ਲਈ ਸੀ, ਉਹ ਡੈਮੇਜ ਹੋ ਗਈ ਆ। ਤਿੰਨੋਂ ਪੁਆਇੰਟ, ਅਪੋਲੋਜੀ ਕਰਨੀ ਹੈ, ਐਕਸਪਲੇਨ ਕਰਨਾ ਹੈ ਕੀ ਹੋਇਆ, ਐਂਡ ਸੇ ਹਾਊ ਯੂ ਆਰ ਗੋਇੰਗ ਟੂ ਫਿਕਸ ਦ ਥਿੰਗਸ। ਹੁਣ ਇਹਦੇ 'ਚ ਤੁਸੀਂ ਦੇਖਣਾ, ਤੁਹਾਨੂੰ ਦੂਰੋਂ ਹੀ ਪਤਾ ਚੱਲੇਗਾ ਕਿ ਵੋਕੈਬਲਰੀ ਜਿਹੜੀ ਆ ਉਹ ਇਨਫੋਰਮਲ ਆ। ਫੋਰ ਐਗਜ਼ਾਮਪਲ ਆਪਾਂ ਲਿਖਿਆ ਡੀਅਰ ਇਮਲੀ, ਦੇਖੋ ਆਪਣੇ ਫਰੈਂਡ ਦਾ ਨਾਮ ਲਿਖਣਾ, ਕੋਈ ਸਰਨੇਮ ਵਗੈਰਾ ਜਾਂ ਟਾਈਟਲ ਲਿਖਣ ਦੀ ਲੋੜ ਨਹੀਂ ਹੈ, ਡਾਇਰੈਕਟ ਲਿਖੋ। ਐਂਡ ਸੌਰੀ ਇਟਸ ਟੇਕਨ, ਸੀ ਦੀ ਕੰਟਰੈਕਸ਼ਨਸ ਵਿਚ ਆਰ ਬੀਂਗ ਯੂਜ਼ਡ। ਇਟਸ ਲਿਖਿਆ, ਇਟ ਇਜ਼ ਨਹੀਂ ਲਿਖਿਆ, ਲਾਈਕ ਇਹ ਸਮਾਲ ਫਾਰਮਸ ਤੁਸੀਂ ਯੂਜ਼ ਕਰਨੀ ਹੈ। ਹੁਣ ਇਹਨਾਂ ਨੂੰ ਮੈਂ ਨਾਲ ਦੀ ਨਾਲ ਹਾਈਲਾਈਟ ਕਰੀ ਜਾਊਂਗਾ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ। ਇਟਸ ਟੇਕਨ ਮੀ ਸੋ ਲੌਂਗ ਟੂ ਰਾਈਟ ਟੂ ਯੂ ਬਟ ਐਟ ਲਾਸਟ ਆਈ ਪੁੱਟ ਪੈਨ ਟੂ ਪੇਪਰ। ਦੇਖੋ ਇਹ ਵੀ ਇੱਕ ਪਛਾਣ ਹੁੰਦੀ ਹੈ ਇਨਫੋਰਮਲ ਲੈਟਰ ਦੀ। ਟੂ ਐਕਸਪਲੇਨ ਵਾਈ ਆਈ ਹੈਵਨਟ, ਅਗੇਨ ਦੇਖੋ ਕੰਟਰੈਕਸ਼ਨ ਆ ਗਈ ਹੈ। ਰਿਟਰਨ ਦੀ DIY, ਇਹ ਬੁੱਕ ਦਾ ਨਾਮ ਆ, ਥੋੜਾ ਸਪੈਸੀਫਿਕ ਰਿਹਾ। ਡੈਟ ਆਈ ਬੋਰੋਡ ਫਰੋਮ ਯੂ, ਅਗੇਨ ਦੇਖੋ ਵੀ ਹੈਵ ਯੂਜ਼ ਦੀ ਪਾਸਟ ਫॉर्म, ਠੀਕ ਹੈ। To be honest, I have been feeling, see again contraction आ गई, so guilty that I delayed writing to you। I have to own up that I damaged the book accidentally। ਮੈਨੂੰ ਜ਼ਿੰਮੇਵਾਰੀ ਲੈਣੀ ਪਊਗੀ, ਠੀਕ ਹੈ, ਕਿ ਮੈਂ ਡੈਮੇਜ ਕਰ ਚੁੱਕਿਆ ਬੁੱਕ ਨੂੰ। ਸੋ I am so very sorry। ਅਗੇਨ ਦੇਖੋ ਇਹਨੂੰ ਇਨਫੋਰਮਲ ਲੈਂਗੁਏਜ ਦੇ ਵਿੱਚ ਅਗਰ ਟੱਚ ਦੇਣਾ ਹੈ ਤਾਂ ਸਮਾਲ ਫਾਰਮ ਯੂਜ਼ ਕੀਤੀ ਗਈ ਹੈ। I know how important that book is to you as it was passed down from your late father, right। What happened is that I had been reading up on the chapter about DIY plumbing when I knocked over the, ਮਤਲਬ ਮੇਰੇ ਕੋਲ ਕੱਪ ਜਿਹੜਾ ਸੀਗਾ ਡਿੱਗ ਗਿਆ, ਐਂਡ ਵਿੱਚ ਸਪਲੈਸ਼ਡ, ਉਹ ਖਿੱਲਰ ਗਈ ਜਿਹੜੀ ਚਾਹ ਸੀਗੀ ਜਾਂ ਕੁਛ ਵੀ ਸੀਗਾ ਉਹਦੇ ਵਿੱਚ। ਸੋ ਮੋਸਟ ਆਫ ਦੀ ਸਟੀਨ, ਜ਼ਿਆਦਾਤਰ ਦਾਗ ਕਿੱਥੇ ਪਏ ਨੇ, ਪੇਜਸ ਵਰ ਔਨ ਦੀ ਓਪਨ ਆਫ ਦੀ ਵਰ ਓਪਨ ਐਟ ਦੈਟ ਟਾਈਮ। ਹੁਣ ਤਿੰਨੋਂ ਬੁਲਟ ਪੁਆਇੰਟ ਨੇ, ਅਪੋਲੋਜੀ ਕਰ ਲਈ ਹੈ, ਸਭ ਤੋਂ ਪਹਿਲਾਂ ਆਪਾਂ ਅਪੋਲੋਜੀ ਕਰ ਚੁੱਕੇ ਹਾਂ, ਰਾਈਟ। ਦੈਨ ਵਾਟ ਹੈਪਨਡ, ਹੁਣ ਆਪਾਂ ਉਹ ਐਕਸਪਲੇਨ ਕਰ ਰਹੇ ਹਾਂ ਕਿ ਵਾਟ ਹੈਪਨਡ, ਉਹਨੂੰ ਐਕਸਪਲੇਨ ਕਰ ਰਿਹਾ ਮੈਂ ਡਿਟੇਲ ਦੇ ਵਿੱਚ ਕਿ ਵਾਟ ਹੈਪਨਡ ਬੇਸਿਕਲੀ। ਐਂਡ ਨੈਕਸਟ ਹੁਣ ਉਹਨਾਂ ਨੇ ਕੀ ਲਿਖਿਆ ਹੋਇਆ ਕਿ ਸੀ ਹਾਊ ਯੂ ਆਰ ਗੋਇੰਗ ਟੂ ਫਿਕਸ, ਕਿੱਦਾਂ ਫਿਕਸ ਕਰੋਗੇ ਥਿੰਗਸ ਨੂੰ। ਤਾਂ ਆਪਾਂ ਲਿਖਿਆ ਕਿ ਆਈ ਹੈਵ, ਅਗੇਨ ਸਮਾਲ ਫਾਰਮ, ਆਈ ਹੈਵ ਸੈਂਡ ਦ ਬੁੱਕ ਅਵੇ ਟੂ ਬੀ ਰਿਪੇਅਰਡ। I didn't realize that was even possible। देखो complexity वास्ते until use कर सकते हो। I researched anyway, देखो anyway word, it means this is something which is related to informal language है तो anyway use कर सकते हो।
it should be as good as new when I get it back next week, and I then I will send on to you. मैं दोबारा ਤੁਹਾਨੂੰ ਦੇ ਦਾਂਗਾ। and again I am sorry। देख लो ਹੁਣ मैं जिन्नी contractions highlight कीतियां ने, it means कि this is something which is giving the sense कि that this letter is somehow a informal letter। लास्ट ਤੇ ਆਪਣਾ ਨਾਮ, ਬੈਸਟ ਵਿਸ਼ੇਸ ਐਂਡ ਸਾਰਾ। ਸਟਰਕਚਰ ਉਹੀ ਹੈ ਜੋ ਆਪਾਂ ਉੱਪਰ ਡਿਸਕਸ ਕਰ ਚੁੱਕੇ ਸੀ ਕਿ ਟਾਈਟਲ, ਐਕਸਪਲੇਨੇਸ਼ਨ, 3 ਬੁਲੇਟ ਪੁਆਇੰਟਸ, ਕਲੋਜ਼ਿੰਗ ਸੈਂਟੈਂਸ, ਸਾਈਨ ਆਫ ਐਂਡ ਨੇਮ। ਹੁਣ ਜਿਹੜਾ ਅਗਲਾ ਪੁਆਇੰਟ ਆ 7th, ਇਟ ਇਜ਼ ਵੈਰੀ ਇੰਪੋਰਟੈਂਟ ਇਨ ਰਿਲੇਸ਼ਨ ਟੂ ਗ੍ਰਾਮਰ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਗ੍ਰਾਮਰ ਦੀ ਕੀ ਗੱਲ ਕਹਿ ਰਿਹਾ ਕਿ ਫਾਰਮਲ ਐਂਡ ਇਨਫਾਰਮਲ ਜਿਹੜੀਆਂ ਇਨਫਾਰਮਲ ਮੀਨਸ ਇਟ ਇਜ਼ ਸਮਥਿੰਗ ਫਰੈਂਡਲੀ ਲੈਟਰ ਕੰਟੇਨ ਡਿਫਰੈਂਟ ਲੈਂਗੁਏਜਿਸ। ਹੁਣ ਇਹਦੇ ਵਿੱਚ ਜ਼ਿਆਦੀਆਂ ਚੀਜ਼ਾਂ ਤੁਸੀਂ ਦੇਖਣੀਆਂ ਜਿਹੜੀਆਂ ਉਹ ਤੁਹਾਨੂੰ ਮੈਂ ਸਮਝਾ ਦਿੰਦਾ ਕਿ ਇਨਫਾਰਮਲ ਲੈਟਰ ਜਿਹੜੇ ਆ ਇਹਨਾਂ 'ਚ ਕੰਟਰੈਕਸ਼ਨਸ ਹੋ ਸਕਦੀਆਂ। ਹੁਣੇ ਆਪਾਂ ਦੇਖੀਏ ਸੀ ਨਾ, ਆਈ ਐਮ ਨਹੀਂ ਲਿਖਿਆ ਹੋਇਆ, ਆਈ ਐਮ ਲਿਖਿਆ ਹੋਇਆ ਜਿੱਦਾਂ ਆਪਾਂ ਪੋਸਟ ਆਫ ਕੌਮਾ ਪਾ ਕੇ ਉਸ ਤੋਂ ਬਾਅਦ ਲਿਖਿਆ ਹੋਇਆ, ਠੀਕ ਹੈ। ਐਂਡ these are unacceptable in formal letter। formal letter 'ਚ ਨਹੀਂ ਲਿਖਣਾ ਹੁੰਦਾ ਆਪਾਂ, ਉਹਦੇ 'ਚ ਆਪਾਂ ਪੂਰਾ ਲਿਖਣਾ ਹੈ ਆਈ ਐਮ ਰਾਈਟਿੰਗ, ਠੀਕ ਹੈ। ਇੱਕ ਤਾਂ ਇਹ ਡਿਫਰੈਂਸ ਆ ਗ੍ਰਾਮਰ ਦਾ। ਇਨ ਫਾਰਮਲ ਲੈਟਰ ਯੂ ਕੁਡ ਰਾਈਟ ਆਈ ਐਮ ਰਾਈਟਿੰਗ ਵਿਦ ਰਿਗਾਰਡਸ ਟੂ। ਦੇਖੋ ਫਾਰਮਲ ਲੈਟਰ 'ਚ ਮੋਸਟਲੀ ਆਪਾਂ ਇੱਦਾਂ ਹੀ ਲਿਖਦੇ ਹਾਂ ਪ੍ਰੋਬਲਮ, ਵੇਅਰ ਐਜ਼ ਜਿਹੜਾ ਸੈਮੀ ਫਾਰਮਲ ਆ ਉਹਦੇ ਵਿੱਚ ਦੇਖੋ ਇੱਦਾਂ ਆਪਾਂ ਲਿਖ ਸਕਦੇ ਹਾਂ ਆਈ ਐਮ ਰਾਈਟਿੰਗ ਅਬਾਊਟ। ਹੁਣ ਆਹ 2-3 ਸਟਰਕਚਰ ਤੁਸੀਂ ਯਾਦ ਕਰਕੇ ਰੱਖ ਸਕਦੇ ਹੋ ਕਿ ਆਈ ਐਮ ਰਾਈਟਿੰਗ ਅਬਾਊਟ, ਆਈ ਐਮ ਰਾਈਟਿੰਗ ਟੂ ਸੇ, ਔਰ ਆਈ ਜਸਟ ਵਾਂਟ ਟੂ ਲੈਟ ਯੂ ਨੋ ਦੈਟ। ਮੈਂ ਮੋਸਟਲੀ ਆਹ ਜਸਟ ਵਾਲਾ ਸਟਰਕਚਰ ਯੂਜ਼ ਕਰਦਾ। ਯੂ ਕੈਨ ਆਲਸੋ ਕਾਪੀ ਦੈਟ ਰਾਈਟ, ਕਿ ਜਦੋਂ ਤੁਸੀਂ ਇਨ ਸੈਮੀ ਫਾਰਮਲ ਲਿਖਣੀ ਆ, ਫਾਰਮਲ ਨਹੀਂ ਲਿਖਣੀ, ਸੈਮੀ ਫਾਰਮਲ ਲਿਖਣੀ ਆ, ਕਿਉਂਕਿ ਫਾਰਮਲ 'ਚ ਆਈ ਐਮ ਰਾਈਟਿੰਗ ਐਂਡ ਸੈਮੀ ਫਾਰਮਲ 'ਚ ਆਈ ਜਸਟ ਵਾਂਟ ਟੂ ਲੈਟ ਯੂ ਨੋ ਰਾਈਟ। ਥੋੜ੍ਹਾ ਜਿਹਾ ਫਰਕ ਪੈਂਦਾ ਹੈ ਐਂਡ ਕੰਪਲੈਕਸਿਟੀ ਜਿਹੜੀ ਆ ਆਪਣੇ ਆਪ ਹੀ ਈਜ਼ੀ ਥੋੜ੍ਹਾ ਕਰ ਦਿੰਦੀ ਹੈ ਟੋਨ ਨੂੰ, ਐਂਡ ਯੂ ਵਿਲ ਗੈਟ ਦੀ ਸੈਂਸ ਕਿ ਇਹ ਥੋੜ੍ਹਾ ਜਿਹਾ ਫਾਰਮਲ ਟੱਚ ਆ ਜਿਹੜਾ ਸੀ ਉਹ ਤੋਂ ਇਨਫਾਰਮਲ ਨੂੰ ਹੋ ਗਿਆ। ਸੋ ਅਡੈਪਟ ਯੂਰ ਰਾਈਟਿੰਗ ਸਟਾਈਲ ਟੂ ਸੂਟ ਦ ਸਟਾਈਲ ਆਫ ਲੈਟਰ। ਐਂਡ ਇਹ ਚੀਜ਼ ਸਿੱਖਣ ਵਾਸਤੇ ਵਟ ਯੂ ਕੈਨ ਡੂ, ਜਿਹੜੀਆਂ ਮੈਂ ਲੈਟਰ ਉੱਪਰ ਦਿੱਤੇ ਆ ਸੈਂਪਲ, ਉਹਨਾਂ ਨੂੰ ਤੁਸੀਂ ਮਲਟੀਪਲ ਟਾਈਮਸ ਪੜ੍ਹ ਸਕਦੇ ਹੋ ਐਂਡ ਯੂ ਵਿਲ ਗੈਟ ਦੀ ਐਕਸੈਂਸ ਕਿ ਇਹ ਬੇਸਿਕਲੀ ਲਿਖਣਾ ਕਿੱਦਾਂ ਹੈ। ਹੁਣ ਥੋੜ੍ਹਾ ਵੋਕੈਬਲਰੀ ਦੀ ਗੱਲ ਕਰ ਸਕਦੇ ਹਾਂ, ਐਂਡ ਦਿਸ ਇਜ਼ ਦੀ ਮੋਸਟ ਇੰਪੋਰਟੈਂਟ ਪੁਆਇੰਟ। 8th ਨੰਬਰ ਵਾਲਾ ਪੁਆਇੰਟ ਆ ਐਂਡ ਬਹੁਤ ਇੰਪੋਰਟੈਂਟ ਆ। ਜਿਹੜੇ ਬੱਚੇ ਨੇ ਬੇਸਿਕਲੀ ਇਸ ਲੈਟਰ ਨੂੰ ਪ੍ਰੋਪਰ ਤਰੀਕੇ ਨਾਲ ਸਮਝਣਾ ਹੈ, ਉਹ ਇਸ ਚੀਜ਼ ਨੂੰ ਜਿਹੜਾ 8th ਨੰਬਰ 'ਤੇ ਪੁਆਇੰਟ ਆ ਇਹਨੂੰ ਤਰੀਕੇ ਨਾਲ ਐਨਾਲਾਈਜ਼ ਕਰਿਓ, ਕਿਉਂਕਿ ਇਹ ਸਾਰਾ ਡਿਫਰੈਂਸ ਕ੍ਰੀਏਟ ਕਰੂਗਾ। ਫੋਰ ਐਗਜ਼ਾਮਪਲ ਕਹਿੰਦੇ ਕਿ ਦਿਸ ਵੁੱਡ ਬੀ ਇਨਐਪਰੋਪ੍ਰੀਏਟ ਅਗਰ ਆਪਾਂ ਵੋਕੈਬਲਰੀ ਸਹੀ ਨਹੀਂ ਲਾ ਰਹੇ, ਠੀਕ ਹੈ। ਐਂਡ ਵੋਕੈਬਲਰੀ ਦੇ ਤੁਹਾਨੂੰ ਦੱਸ ਚੁੱਕੀ ਹਾਂ 25% ਵੇਟੇਜ ਆ ਰਾਈਟਿੰਗ ਟਾਸਕ ਜਿਹੜੀ ਆਪਾਂ ਲਿਖ ਰਹੇ ਹਾਂ ਉਹਦੇ ਵਿੱਚ। ਫੋਰ ਐਗਜ਼ਾਮਪਲ ਹੁਣ ਧਿਆਨ ਨਾਲ ਦੇਖੋ, ਕਹਿੰਦੇ ਯੂ ਵਿਲ ਬੀ ਕਲੈਕਟਡ ਐਟ ਦੀ ਏਅਰਪੋਰਟ। ਵਿਲ ਬੀ ਕਲੈਕਟਡ ਜਦੋਂ ਪੈਸਿਵ ਫਾਰਮ ਯੂਜ਼ ਹੋ ਰਹੀ ਆ, ਇਹਦਾ ਮਤਲਬ ਆ ਇਹ ਫਾਰਮਲ ਆ ਜਦੋਂ ਪੈਸਿਵ ਫਾਰਮ ਯੂਜ਼ ਹੋ ਰਹੀ, ਇਹ ਤੁਸੀਂ ਹੁਣ ਧਿਆਨ ਰੱਖਣਾ। ਔਰ ਇਨਫਾਰਮਲ 'ਚ ਲਿਖਾਂਗੇ ਤਾਂ ਆਪਾਂ ਸਮਾਲ ਫਾਰਮ ਯੂਜ਼ ਕਰਨੀ ਹੈ, ਆਈ ਵਿਲ ਪਿਕ ਯੂ ਅਪ ਐਟ ਦੀ ਏਅਰਪੋਰਟ। ਹੁਣ ਪੈਸਿਵ ਕਿਉਂ ਹੋ ਰਹੀ ਆ, ਦੇਖੋ ਵਿਲ ਬੀ ਕਲੈਕਟਡ, will be ed form ਲੱਗੀ ਹੋਈ ਨਾ। ਨੈਕਸਟ ਦੀ ਨੈਕਸਟ ਅਪਾਇੰਟਮੈਂਟ ਅਵੇਲੇਬਲ ਅਪਾਇੰਟਮੈਂਟ ਇਜ਼ ਔਨ ਥਰਸਡੇ ਮਤਲਬ ਨੈਕਸਟ ਅਵੇਲੇਬਲ ਅਪਾਇੰਟਮੈਂਟ ਥਰਸਡੇ ਨੂੰ ਹੈ। ਲੇਕਿਨ ਜਦੋਂ ਆਪਾਂ ਇਨਫਾਰਮਲ ਲਿਖਣਾ, ਦੇਖੋ ਕੁਐਸਚਨ ਤੋਂ ਸਟਾਰਟ ਕਰ ਰਹੇ ਹਾਂ ਆਪਾਂ, ਕੁਐਸਚਨ ਤੋਂ how about we meet up on Thursday। so it means ਕਿ ਜਦੋਂ ਕੋਈ ਇਨਫਾਰਮਲ ਲੈਟਰ ਲਿਖ ਰਹੇ ਹੋ, ਕਿਸੇ ਨੂੰ ਟਾਈਮ ਦਾ ਪੁੱਛਣਾ ਤਾਂ you can ask directly with the question, but in formal letter we could not write with the question। ਉਹਦੇ ਵਿੱਚ ਆਪਾਂ ਨੋਰਮਲ ਇੱਦਾਂ ਲਿਖਦੇ ਹਾਂ ਦੀ ਨੈਕਸਟ ਅਵੇਲੇਬਲ ਡੇਟ। ਹੁਣ ਫਾਰਮਲ 'ਚ ਨੈਕਸਟ ਦੇ ਕੀ ਲਿਖਦੇ ਹਾਂ, ਆਈ ਵੁੱਡ ਲਾਈਕ ਟੂ ਇਨਵਾਈਟ ਯੂ ਟੂ ਵਿਜ਼ਿਟ ਮਾਈ ਹਾਊਸ। ਆਈ ਵੁੱਡ ਲਾਈਕ ਟੂ ਇਨਵਾਈਟ, ਵੁੱਡ ਇਜ਼ ਸਮਥਿੰਗ ਵਿਚ ਕਾਈਂਡ ਆਫ give you the clarity and some politeness। why don't you again with the question, ਦੇਖੋ question ਉਹਦੇ instead of that question ਪੁੱਛਿਆ ਜਾ ਰਿਹਾ ਹੈ। and again ਕੀ ਆ, why don't you pop around to me around my place on right। again pop around means ਇਹਦੇ 'ਚ ਕੋਈ ਈਡੀਅਮ ਆਪਾਂ ਯੂਜ਼ ਕਰ ਰਹੇ ਹਾਂ, ਕਲੌਜ਼ਸ ਯੂਜ਼ ਕਰ ਰਹੇ ਹਾਂ। ਨੈਕਸਟ ਇਜ਼ ਆਈ ਹਾਈਲੀ ਰਿਕਮੈਂਡ ਡੈਟ ਯੂ ਕਮ ਇਨ ਅਗਸਤ। ਇਹ ਸਾਰੇ ਜਿਹੜੇ ਸਟਰਕਚਰ ਨੇ ਜਿੰਨੇ ਤੁਹਾਨੂੰ ਸਾਹਮਣੇ ਲਿਖ ਰਹੇ ਆ, ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ ਐਂਡ ਯੂ ਕੈਨ ਯੂਜ਼ ਇਟ। ਇਹਦੇ ਵਿੱਚ ਲਿਖਿਆ ਹੈ ਇਟ ਵੁੱਡ ਬੀ ਗ੍ਰੇਟ। ਦੇਖੋ ਇਟ ਵੁੱਡ ਬੀ ਕੰਟਰੈਕਸ਼ਨ ਯੂਜ਼ ਕੀਤੀ ਗਈ ਹੈ, ਇਫ ਯੂ ਕੇਮ ਇਨ ਅਗਸਤ। ਨੈਕਸਟ ਦੇਖੋ ਫਾਰਮਲ ਵਿੱਚ ਫਿਰ ਪਲੀਜ਼ ਰਿਸਪੌਂਡ ਐਟ ਦੀ ਅਰਲੀਐਸਟ ਕਨਵੀਨੀਅੰਸ, ਠੀਕ ਹੈ। ਇਹਦੇ ਵਿੱਚ ਕੀ ਲਿਖਿਆ, ਗੈਟ ਬੈਕ ਟੂ ਮੀ ਐਜ਼ ਸੂਨ ਐਜ਼ ਯੂ ਕੈਨ, ਠੀਕ ਹੈ। ਗੈਟ ਬੈਕ ਟੂ ਮੀ ਮੀਨਸ ਅਗੇਨ ਫਰੇਜ਼ ਯੂਜ਼ ਕੀਤੀ ਗਈ ਹੈ, ਇਹਦੇ ਵਿੱਚ ਆਪਾਂ ਫਰੇਜ਼ ਨਹੀਂ ਯੂਜ਼ ਕਰਦੇ, ਗੈਟ ਬੈਕ ਟੂ ਮੀ ਨਹੀਂ ਯੂਜ਼ ਕਰਾਂਗੇ। ਅਨਫੋਰਚੂਨੇਟਲੀ ਅੱਗੇ ਮੈਂ ਤੁਹਾਨੂੰ ਦੱਸਿਆ ਸੀ, ਅਨਫੋਰਚੂਨੇਟਲੀ ਇਜ਼ ਅ ਵਰਡ ਦੈਟ ਕੈਨ ਬੀ ਯੂਜ਼ਡ ਇਨ ਦੀ ਫਾਰਮਲ। ਆਈ ਵਿਲ ਨਾਟ ਬੀ ਏਬਲ ਟੂ ਅਟੈਂਡ
ਸੌਰੀ, ਅਨਫੋਰਚੂਨੇਟਲੀ ਦੀ ਜਗ੍ਹਾ 'ਤੇ ਆਪਾਂ ਥੋੜ੍ਹਾ ਸੌਰੀ ਯੂਜ਼ ਸੌਰੀ ਬਟ ਆਈ ਵੋਂਟ ਬੀ ਏਬਲ ਟੂ ਕਮ। ਹੁਣ ਇਹਦੇ 'ਚ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਜਿਹੜਾ ਆਪਾਂ ਇਨਫੋਰਮਲ ਲਿਖਦੇ ਹਾਂ ਇਹਦੇ 'ਚ ਜਿਹੜੀ ਟੋਨ ਹੁੰਦੀ ਆ, ਜ਼ਿਆਦਾਤਰ ਟੋਨ ਜਿਹੜੀ ਹੁੰਦੀ ਆ ਡਾਇਰੈਕਟ ਹੁੰਦੀ ਆ। ਈਵਨ ਮੈਂ ਤਾਂ ਕਈ ਵਾਰੀ ਆਪਣੇ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਇਹੀ ਸੁਜੈਸਟ ਕਰਦਾ ਕਿ ਜਦੋਂ ਤੁਸੀਂ ਇਨਫੋਰਮਲ ਲੈਟਰ ਲਿਖ ਰਹੇ ਹੋ, ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਹੋ ਜਾਂ ਉਸ ਬੰਦੇ ਨੂੰ ਤੁਸੀਂ ਐਡਰੈਸ ਕਰ ਰਹੇ ਹੋ ਜਿਹਦੇ ਨਾਲ ਤੁਹਾਡੀ ਕੋਈ ਜਾਣ ਪਹਿਚਾਣ ਆ, ਕੋਸ਼ਿਸ਼ ਕਰੋ ਕਿ ਯੂ ਹੈਵ ਦਿਸ ਪਰਸੈਪਸ਼ਨ ਇਨ ਮਾਈਂਡ ਕਿ ਉਹ ਬੰਦਾ ਤੁਹਾਡੇ ਸਾਹਮਣੇ ਬੈਠਾ ਹੈ, ਕਿਉਂਕਿ ਉਹਦੇ ਨਾਲ ਜਿਹੜੀ ਟਿਊਨ ਆ ਆਪਣੇ ਆਪ ਤੁਹਾਡੀ ਸੈੱਟ ਹੋ ਜੂ। ਕਿਉਂਕਿ ਜੇ ਫੋਰ ਐਗਜ਼ਾਮਪਲ ਕਿਸੇ ਫਰੈਂਡ ਨਾਲ ਆਪਾਂ ਗੱਲ ਕਰਦੇ ਹਾਂ ਤਾਂ ਮੈਂ ਡਾਇਰੈਕਟ ਹੀ ਕਹਿ ਸਕਦਾ ਹਾਂ ਵੀ ਕਿੱਦਾਂ ਹੈ, ਠੀਕ ਹੈ, ਸਿੱਧੇ ਕੁਐਸਚਨ ਪੁੱਛ ਸਕਦੇ ਹਾਂ ਕਿ ਮੇਰੇ ਨਾਲ ਚੱਲੇਗਾ ਤੂੰ ਰੈਸਟੋਰੈਂਟ ਦੇ ਵਿੱਚ। ਬਟ ਅਗਰ ਸਪੋਜ਼ ਕਿਸੇ ਓਫੀਸ਼ੀਅਲ ਬੰਦੇ ਨਾਲ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਇਮੈਜੀਨੇਸ਼ਨ ਯੂਜ਼ ਕਰੀਏ ਤਾਂ ਆਪਾਂ ਹੀ ਪੁੱਛਾਂਗੇ ਕਿ ਤੁਸੀਂ ਮੇਰੇ ਨਾਲ ਚੱਲੋਗੇ, ਵਟ ਮਤਲਬ ਉਹਦੇ ਵਿੱਚ ਆਪਾਂ ਕੁਐਸਚਨ ਨਹੀਂ ਪੁੱਛਦੇ, ਠੀਕ ਹੈ, ਆਪਾਂ ਥੋੜ੍ਹਾ ਤਰੀਕੇ ਨਾਲ ਪੁੱਛਣਾ, ਆਈ ਵੁੱਡ ਲਾਈਕ ਟੂ ਇਨਵਾਈਟ ਯੂ, ਇਟ ਵੁੱਡ ਬੀ ਵੈਰੀ ਗ੍ਰੇਟਫੁਲ, ਉਹ ਇੱਦਾਂ ਦੀ ਲੈਂਗੁਏਜ ਹੋ ਸਕਦੀ ਹੈ। ਸੋ ਕਹਿਣ ਦਾ ਮਤਲਬ ਜੇ ਇਹਨੇ ਕਿਸੇ ਨੇ ਥੋੜ੍ਹਾ ਲੈਟਰ ਨੂੰ ਸਮਝਣਾ ਹੋਵੇ, ਸੋ ਵਟ ਯੂ ਕੈਨ ਡੂ, ਯੂ ਕੈਨ ਬੇਸਿਕਲੀ ਯੂਜ਼ ਯੂਰ ਇਮੈਜੀਨੇਸ਼ਨ ਕਿ ਦ ਪਰਸਨ ਟੂ whom we are addressing he might be sitting in front of you hypothetically, ਐਕਚੁਅਲੀ ਨਹੀਂ ਹੈਗਾ ਬਟ ਹਾਈਪੋਥੈਟਿਕਲੀ ਬਣਾ ਸਕਦੇ ਹੋ। 8th ਪੁਆਇੰਟ ਇਹ ਸੀ। ਹੁਣ ਥੋੜ੍ਹਾ ਜਿਹਾ ਨਾ ਇਹਨੂੰ ਚੀਜ਼ ਨੂੰ ਐਨਾਲਾਈਜ਼ ਕਰਨ ਵਾਸਤੇ ਇੱਕ ਐਗਜ਼ਾਮਪਲ ਆਪਾਂ ਹੋਰ ਦੇਖ ਲੈਂਦੇ ਹਾਂ। ਇਟ ਇਜ਼ ਆਲਸੋ ਵੈਰੀ ਸਮਥਿੰਗ ਵਿਚ ਇਜ਼ ਵੈਰੀ ਇੰਟਰਸਟਿੰਗ। ਐਗਜ਼ਾਮਪਲ ਦੇ ਤੌਰ ਨਾਲ ਕਰਾਂਗੇ। ਫੋਰ ਐਗਜ਼ਾਮਪਲ ਕਿ ਆਪਾਂ ਜਿਹੜੇ ਬੱਚੇ ਨੇ ਸਮਝਣਾ ਹੋਵੇ ਕਿ ਹਾਂ ਮੈਨੂੰ ਥੋੜ੍ਹਾ ਡਿਫਰੈਂਸ ਕਲੀਅਰ ਹੋ ਜਾਏ ਕਿ ਲੈਂਗੁਏਜ ਟੱਚ ਕਿੱਦਾਂ ਹੁੰਦਾ, ਜਿੱਦਾਂ ਫਾਰਮਲ ਲੈਂਗੁਏਜ ਆ ਜਾਂ ਸੈਮੀ ਫਾਰਮਲ ਆ, ਉਹਦੇ ਵਿੱਚ 3 ਚੀਜ਼ਾਂ ਨੂੰ ਆਪਾਂ ਵੱਖਰੇ ਵੱਖਰੇ ਢੰਗ ਨਾਲ ਕਹਿ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਫੋਰ ਐਗਜ਼ਾਮਪਲ ਮੈਂ ਪਹਿਲੇ 'ਚ ਜਿਹੜਾ ਆ ਕਹਿਣ ਲੱਗਾ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਆਈ ਰਿਕਵਾਇਰ ਯੂਅਰ ਅਸਿਸਟੈਂਸ ਟੂ ਪਰਚੇਜ਼ ਆ ਡਾਇਮੰਡ ਜਵੈਲਰੀ ਫॉर ਮਾਈ ਵਾਈਫ। ਦੇਖੋ ਮੈਂ ਹੁਣ ਫਾਰਮਲ ਤਰੀਕੇ ਨਾਲ ਕਿਹਾ ਤਾਂ ਮੈਂ ਕਹਾਂਗੇ ਆਈ ਰਿਕਵਾਇਰ ਯੂਅਰ ਅਸਿਸਟੈਂਸ ਟੂ ਪਰਚੇਜ਼ ਆ ਡਾਇਮੰਡ ਜਵੈਲਰੀ ਫॉर ਮਾਈ ਵਾਈਫ। ਇਹ ਕੀ ਆ? ਫਾਰਮਲ ਆ। ਫੋਰ ਐਗਜ਼ਾਮਪਲ ਇਸੇ ਚੀਜ਼ ਨੂੰ ਆਪਾਂ ਅਗਰ ਸੈਮੀ ਫਾਰਮਲ 'ਚ ਕਹਿਣਾ ਤਾਂ ਕੀ ਲਿਖਾਂਗੇ? ਰਿਕੁਆਇਰ ਨਹੀਂ ਆ ਗਿਆ, ਆਈ ਨੀਡ ਯੂਅਰ ਹੈਲਪ, ਅਸਿਸਟੈਂਸ ਤੋਂ ਹੈਲਪ 'ਤੇ ਆ ਗਏ ਵਰਡ, ਇਨ ਬਾਇੰਗ ਆ ਡਾਇਮੰਡ ਜਵੈਲਰੀ ਫॉर ਮਾਈ ਵਾਈਫ, ਰਾਈਟ। ਸੋ ਦੇਖੋ ਕੀ ਹੋਇਆ, ਆਈ ਨੀਡ ਯੂਅਰ ਹੈਲਪ ਇਨ ਬਾਇੰਗ ਆ ਡਾਇਮੰਡ ਜਵੈਲਰੀ ਫॉर ਮਾਈ ਵਾਈਫ। ਨੈਕਸਟ ਇਜ਼ ਇਨਫੋਰਮਲ। ਇਹਦੇ ਵਿੱਚ ਮੈਂ ਤੁਹਾਨੂੰ ਬੋਲਿਆ ਸੀ ਕੁਐਸਚਨ ਤੋਂ ਸਟਾਰਟ ਕਰ ਸਕਦੇ ਹੋ। ਹਾਊ ਅਬਾਊਟ ਹੋਪਿੰਗ, ਅਗੇਨ ਦੇਖੋ ਫਰੇਜ਼ ਯੂਜ਼ ਕੀਤਾ ਹੈ, ਹੋਪਿੰਗ ਅਲੋਂਗ ਵਿਦ ਮੀ ਟੂ ਦੀ ਜਵੈਲਰੀ ਸ਼ੋਪ ਐਂਡ ਹੈਲਪਿੰਗ ਮੀ ਟੂ ਸਿਲੈਕਟ ਅ ਪੀਸ ਆਫ ਡਾਇਮੰਡ ਜਵੈਲਰੀ ਫॉर ਮਾਈ ਵਾਈਫ। ਸੋ ਕੀ ਆ ਇਹ 'ਚ ਆਪਾਂ ਕੁਐਸਚਨ ਦੇ ਕਾਈਂਡ ਆਫ ਪੁੱਛਿਆ। ਦੇਖੋ ਤਿੰਨੋਂ ਚੀਜ਼ਾਂ ਨੇ ਪੁੱਛ ਆਪਾਂ ਹੀ ਰਹੇ ਹਾਂ ਕਿ ਆਈ ਨੀਡ ਅਸਿਸਟੈਂਸ। ਹੁਣ ਇਹਨੂੰ 2-3 ਵਾਰੀ ਪੜ੍ਹੋ, ਯੂ ਵਿਲ ਗੈਟ ਦੀ ਆਈਡੀਆ ਕਿ ਫਾਰਮਲ ਵਿੱਚ ਅਸਿਸਟੈਂਸ, ਰਿਕੁਆਇਰ, ਨੈਕਸਟ ਵਿੱਚ ਆਈ ਨੀਡ ਯੂਅਰ ਹੈਲਪ ਆ ਗਿਆ, ਐਂਡ ਇਨਫਾਰਮਲ ਦੇ ਵਿੱਚ ਕੀ ਆ ਹੋਪਿੰਗ ਅਲੋਂਗ ਮੀਨਸ ਕੁਝ ਸਟਰਕਚਰ ਯੂਜ਼ ਕਰ ਲਿਆ, ਐਂਡ ਦੈਨ ਵੀ ਹੈਵ ਆ ਇਨਫਾਰਮਲ ਸਟਰਕਚਰ ਜਿਹੜਾ ਆਪਾਂ ਕੁਐਸਚਨ ਦੇ ਹਿਸਾਬ ਨਾਲ ਪੁੱਛ ਲਿਆ। ਓਕੇ, ਨੈਕਸਟ ਇਜ਼ ਫਾਰਮਲ ਵੋਕੈਬਲਰੀ ਐਂਡ ਸੈਮੀ ਫਾਰਮਲ ਵੋਕੈਬਲਰੀ। ਹੁਣ ਇਹ ਥੋੜ੍ਹੇ ਵਰਡਸ ਨੇ ਮੇਰੇ ਸਾਹਮਣੇ ਪਿਆ ਸੀ, ਸੋ ਆਈ ਥੋਟ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਫਾਰਮਲ ਵਿੱਚ ਕੀ ਹੁੰਦਾ ਹੈ। ਧਿਆਨ ਨਾਲ ਦੇਖਿਆ ਜਾਵੇ ਤਾਂ ਆਪਾਂ ਕੀ ਆ ਸਟਰਕਚਰ ਯੂਜ਼ ਕਰਨ, ਜਿਹਦੇ ਵਿੱਚ ਆਪਾਂ ਫਾਰਮਲ 'ਚ ਕੋਈ ਵਰਡ ਆਪਾਂ ਕਰੰਟਲੀ ਯੂਜ਼ ਕਰਨਾ ਹੈ ਤਾਂ ਦੂਜੇ ਵਿੱਚ ਆਪਾਂ ਕੀ ਯੂਜ਼ ਕਰਾਂਗੇ? ਰਾਈਟ ਨਾਓ, ਠੀਕ ਹੈ। ਜਿਹਦੇ 'ਚ ਨੈਵਰ ਦਾ ਲੈਸ ਯੂਜ਼ ਕਰਨਾ ਹੈ, ਇਹਦੇ 'ਚ ਯੂਜ਼ ਕੀ ਕਰਾਂਗੇ? ਬਟ। ਜੇ ਫਾਰਮਲ 'ਚ ਆਪਾਂ ਪ੍ਰੈਡਿਕਟ ਯੂਜ਼ ਕਰਨਾ ਹੈ ਤਾਂ ਇਹਦੇ 'ਚ ਕੀ ਯੂਜ਼ ਕਰਾਂਗੇ? ਵੀ ਵਿਲ ਯੂਜ਼ ਸੇ। ਜਿਹਦੇ 'ਚ ਆਪਾਂ ਸਫੀਸ਼ੀਐਂਟ ਯੂਜ਼ ਕਰਨਾ ਹੈ ਇਹਦੇ 'ਚ ਕੀ ਯੂਜ਼ ਕਰਾਂਗੇ? ਇਨਫ, ਰਾਈਟ। ਸੋ ਇੱਦਾਂ ਦੇ ਵਰਡ ਯੂਜ਼ ਕਰ ਸਕਦੇ ਹੋ। ਜੇ 'ਚ ਰੋਬਸਟ ਯੂਜ਼ ਕਰਨਾ ਹੈ ਵਰਡ, ਮਤਲਬ ਵੈਰੀ ਸਟਰੋਂਗ ਕੁਝ ਲਿਖਣਾ ਹੈ ਤਾਂ ਸੈਮੀ ਫਾਰਮਲ 'ਚ ਵੈਰੀ ਸਟਰੋਂਗ ਲਿਖਾਂਗੇ, ਲੇਕਿਨ ਜਦੋਂ ਆਪਾਂ ਫਾਰਮਲ ਵੋਕੈਬਲਰੀ ਲਿਖਾਂਗੇ ਤਾਂ ਰੋਬਸਟ ਲਿਖਾਂਗੇ। ਓਕੇ, ਹੁਣ ਅਗੇਨ ਦਿਸ ਡਾਇਗਰਾਮ ਇਜ਼ ਵੈਰੀ ਮੱਚ ਇੰਪੋਰਟੈਂਟ, ਅਤੇ ਇਹਨੂੰ ਥੋੜ੍ਹਾ ਐਨਾਲਾਈਜ਼ ਕਰ ਲੈਂਦੇ ਹਾਂ ਤਰੀਕੇ ਦੇ ਨਾਲ ਤਾਂ ਕਿ ਤੁਹਾਨੂੰ ਕਲੈਰਿਟੀ ਆ ਜਾਏ ਹੋਰ ਚੀਜ਼ਾਂ ਦੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਫੋਰ ਐਗਜ਼ਾਮਪਲ ਇਨਫੋਰਮਲ ਜਾਂ ਨਿਊਟਰਲ ਲੈਂਗੁਏਜ ਜਾਂ ਫਾਰਮਲ ਲੈਂਗੁਏਜ ਆ ਤਾਂ ਉਹਦੇ ਵਿੱਚੋਂ ਸੋ ਤੁਸੀਂ ਕਿੱਦਾਂ ਯੂਟੀਲਾਈਜ਼ ਕਰਨਾ ਚਾਹੋਗੇ ਉਹਨੂੰ। ਸੋ ਤੁਸੀਂ ਲਿਖ ਸਕਦੇ ਹੋ ਔਰ ਉਹਨੂੰ ਤੁਸੀਂ ਦੇਖ ਵੀ ਸਕਦੇ ਹੋ ਕਿ ਤੁਹਾਡੇ ਹਿਸਾਬ ਨਾਲ ਉਹ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹੈ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਇਨਫੋਰਮਲ 'ਚ ਲਿਖਣਾ ਹੋਵੇ ਵਟ ਡੂ ਯੂ ਨੀਡ, ਅਗਰ ਫੋਰ ਐਗਜ਼ਾਮਪਲ ਆਪਾਂ ਇਨਫੋਰਮਲ 'ਚ ਲਿਖਣਾ ਵਟ ਡੂ ਯੂ ਨੀਡ ਤਾਂ ਫਾਰਮਲ 'ਚ ਕੀ ਲਿਖਾਂਗੇ? ਪਲੀਜ਼ ਇਨਫੋਰਮ ਅਸ ਆਫ ਯੂਰ ਰਿਕੁਆਇਰਮੈਂਟ। ਸੀ ਦ ਡਿਫਰੈਂਸ, ਇਟ ਇਜ਼ ਟੋਟਲੀ ਵਿਜ਼ੀਬਲ ਫਰੋਮ ਦਾ ਲਾਈਨ ਕਿ ਹੈ ਨਾ ਕਿ ਵਟ ਡੂ ਯੂ ਨੀਡ ਨੂੰ ਆਪਾਂ ਕੀ ਲਿਖਣਾ? ਪਲੀਜ਼ ਇਨਫੋਰਮ ਅਸ ਆਫ ਯੂਰ ਰਿਕੁਆਇਰਮੈਂਟ। ਨੈਕਸਟ ਇਜ਼ ਮੈਨੀ ਥੈਂਕ ਫॉर ਯੂਅਰ ਲੈਟਰ। ਨੋਰਮਲ ਲਿਖ ਲੈਂ ਤਾਂ ਇੱਦਾਂ ਆਪਾਂ ਲਿਖਦੇ ਹਾਂ ਵੀ ਮੈਨੀ ਥੈਂਕਸ, ਬਟ ਇਹਦੇ 'ਚ ਕੀ ਲਿਖਾਂਗੇ? ਥੈਂਕ ਯੂ ਫॉर ਯੂਅਰ ਲੈਟਰ ਡੇਟਡ। ਸਪੈਸੀਫਿਕ, ਜਿੰਨਾ ਸਪੈਸੀਫਿਕ ਮਤਲਬ ਆਪਾਂ ਫਾਰਮਲ ਲਿਖ ਰਹੇ ਹਾਂ। ਨਿਊਟਰਲ 'ਚ ਦੇਖ ਲਓ, ਪਲੀਜ਼ ਲੈਟ ਅਸ ਨੋ ਆਫ ਯੂਅਰ ਰਿਕੁਆਇਰਮੈਂਟ। ਇਨਫੋਰਮ ਨਹੀਂ ਸੀ, ਲੈਟ ਅਸ ਨੋ, ਥੋੜ੍ਹਾ ਜਿਹਾ ਇਨਫੋਰਮਲ ਥੋੜ੍ਹਾ ਜਿਹਾ ਫਾਰਮਲ। ਥੈਂਕ ਯੂ ਫॉर ਲੈਟਰ, ਲੇਕਿਨ ਇਹਦੇ 'ਚ ਆਪਾਂ ਥੋੜ੍ਹਾ ਸਪੈਸੀਫਿਕ ਨਹੀਂ ਹੋਏ ਤਾਂ ਇਸ ਕਰਕੇ ਮਤਲਬ ਇਟ ਇਜ਼ ਨਾਟ ਦੈਟ ਫਾਰਮਲ। ਸੌਰੀ ਆਈ ਕਾਂਟ ਮੇਕ ਇਟ, ਇਹ ਵੀ ਇੱਕ ਤਰ੍ਹਾਂ ਦਾ ਫਰੇਜ਼ ਆ, ਠੀਕ ਹੈ। ਮੈਂ ਥੋੜ੍ਹੇ ਦਿਨਾਂ ਨੂੰ ਇੱਕ ਵੀਡੀਓ ਬਣਾਵਾਂਗਾ ਫਰੇਜ਼ਸ ਦੇ ਉੱਪਰ ਵੀ, ਜਿੱਦਾਂ ਹੋਪਿੰਗ ਅਰਾਊਂਡ ਆ ਗਿਆ ਸੀ, ਆਈ ਕਾਂਟ ਮੇਕ ਇਟ, ਆਈ ਵਿਲ ਪਿਕ ਯੂ ਅਪ, ਇੱਦਾਂ ਦੇ ਵਰਡਸ, ਰਾਈਟ। ਓਕੇ, ਆਈ ਐਮ ਸੌਰੀ ਬਟ ਆਈ ਵਿਲ ਨਾਟ ਬੀ ਏਬਲ ਟੂ ਕਮ,
ठीक है, प्लीज़ एक्सेप्ट माई अपॉलोजीज, ठीक है। देखो हुण इहदे विच देखना आई एम अफ्रेड, आई विल अनएबल, इत्थे नॉट बी एबल आऊगा, ठीक है। इत्थे अनएबल टू, देखो अनएबल मतलब फॉर्मल टच, नॉट बी एबल टू मीनस डायरैक्ट लिख रहे हैं, थोड़ा जा डायरैक्ट, जिन्ना डायरैक्ट मीनस फॉर्म इनफॉर्मल जा रहे हैं, थोड़ा जा इनडायरैक्ट मीनस अनएबल टू कम, इट मीनस वी आर गोइंग टू वर्ड्स फॉर्मल। I am so sorry to tell you that, I am sorry to say that, and we regret to inform you that। सीधी लैंग्वेज 2-3 बारी पढ़ोगे यू विल गेट द आइडिया कि फॉर्मल इनफॉर्मल च की डिफरेंस है। फॉर्मल मीनस कुछ थोड़ा जा आप रिस्पैक्टफुली पोलाइटली बोल रहे हैं, बट इनफॉर्मल मीनस वी आर नॉट दैट पोलाइट बट स्टिल वी आर पोलाइट। नैक्सट एक आया है उन्होंने देख लें, इट इज़ आई प्रॉमिस टू, प्रॉमिस आना है तो आई प्रॉमिस डैट, ये की लिखा है आई कैन अश्योर यू, अश्योर वर्ड आ रहा है, ठीक है। ये आप थोड़ा हो रिस्पैक्ट हो गई, प्लीज़ कैन बी अश्योर्ड, प्लीज मैं तुहानूं बोलिया सी पैसिव फॉर्म मीनस फॉर्मल। ये कुड एंड वुड यूज़ कर रहे सी, ठीक है। आप जो भी कोई बंदे नूं कोई रिक्वेस्ट करनी है, ये आई वॉज वंडरिंग इफ़ यू कुड, ठीक है। वी वुड ग्रेटली एप्रीशिएट, देखो होर थोड़ा पोलाइट, जिन्ना पोलाइट मीनस फॉर्मल। डोंट फॉरगेट, ये यूज़ करते हैं वी वुड लाइक टू रिमाइंड यू, ठीक है। आई वुड लाइक टू रिमाइंड यू दैट, ठीक है। फॉर्मल एंड सैमी फॉर्मल जोड़ा है वो थोड़ा खास सा डिफरेंस नहीं है, यू कैन ईजिली सी कई सेम ही चल रहा है, ठीक है। ये लाइना मैं तुम्हें क्यों करवा रहा ताकि जो तुम बुलेट पॉइंट लिखने उन्होंने तुम्हें हैल्प होएगी, राइट। नैक्सट इज़ बट आलसो एंड सो फॉर। हुण आ बहुत इंपॉर्टेंट पॉइंट आ, इन्हूं तुसीं थोड़ा जिहा वक्रे तरीके नाल समझ के याद रखने की कोशिश करनी है। बट की जगह पर जो आप ये सेंटेंस चाहते हैं फॉर्मल जां आप सैमी फॉर्मल वो जाके हाउएवर वर्ड यूज़ करांगे। अगर आलसो लिखना है मतलब अगला पॉइंट देना है तो ये इन एडिशन लिखांगे, ध्यान रखो, ठीक है। एंड अगर सो वर्ड यूज़ करना, अपने दिमाग सो आ रहा है लैटर च लिखना तो सो की जगह देयरफॉर। मैं दोबारा रिपीट कर देना है, आ वर्ड तुम बार बार नोट करोगे एंड तुहानूं यूज़ करन दी भी लोड़ पैनी है, तो तुसीं ध्यान रखो बट नहीं यूज़ करना, फॉर्मल च हाउएवर यूज़ करना है, आलसो नहीं यूज़ करना, इन एडिशन यूज़ करना है, एंड सो नहीं यूज़ करना, देयरफॉर यूज़ करना है। नैक्सट इज़ कैन यू प्लीज़ दी जगह पे थोड़ा कुड यू प्लीज़, आई वुड बी ग्रेटफुल इफ़ यू कुड, राइट, वो सेम ही है। और नैक्सट आ गया आई एम सॉरी फॉर पुटिंग यू आउट, ठीक है। ये लिखा आई एम सॉरी फॉर इनकनवीनियंसिंग यू, अगर किसी ने आप कोई परेशानी दी हो, राइट। प्लीज़ एक्सेप्ट माई, प्लीज़ तो स्टार्ट हो रहा है, इट मीनस फॉर्मल टच आ, राइट, याद रखना है। हुण 9th पॉइंट एंड दिस इज़ द लास्ट वन एंड इट इज़ वेरी इंपॉर्टेंट। ये कुछ क्वेश्चनस होंगे मोस्टली बच्चों के दिमाग से जोड़े आते हैं। फर्स्ट क्वेश्चन इज़ वेयर टू यूज़ द कंट्रैक्शन, यू कैन यूज़ द कंट्रैक्शंस फॉर एग्जाम्पल लाइक आई विल कम, ये की यूज़ किया इन इनफॉर्मल एंड सैमी फॉर्मल टाइप्स ऑफ लैटर। आई विल कम जोड़ा इनफॉर्मल तुहानूं दस्सिया शॉर्ट फॉर्म्स ने, इट शुड बी अवॉइडेड इन फॉर्मल लैटर वेयर यू विल हैव टू यूज़ आई विल, वो आप पूरा लिखना आई विल। नैक्सट क्वेश्चन आ डिड आई मेक यूज़ ऑफ ईडियम फ्रेजिज और स्लैंग्स एंड रिडक्शन बेस्ड ऑन द टाइप्स ऑफ लैटर। ये सारियां वक्री वक्री चीज़ां, ईडियम जोड़े आ मैं तुहानूं बोलिया जां फ्रेजल वर्ब्स ने जां स्लैंग्स ने जां रिडक्शनस ने, ये वक्रे वक्रे वर्ड्स ने जिन्होंने आप इंग्लिश में यूज़ करते हैं। फॉर एग्जाम्पल इनफॉर्मल दे विच वी वॉन्ट बी यूजिंग, फॉर एग्जाम्पल आप की यूज़ करते हैं जो आप इनफॉर्मल लिखते हैं किसी फ्रेंड वगैरह लिखते हैं, आप लिख सकते हैं पाइथन कोडिंग इज़ अ केक वॉक फॉर हर, ठीक है। ਉਹਦੇ ਵਿੱਚ लेकिन फॉर्मल की लिखांगे पाइथन कोडिंग इज़ वैरी ईजी, मतलब वो नहीं आप यूज़ कर सकते ईडियम केक वॉक वाली। फ्रेजल वर्ब जिदा फॉर एग्जाम्पल जिदा उत्ते आया आई विल पिक यू आप आया सी ना, ये की है दी कंपनी कट डाउन इट्स कॉस्ट, तो इनू आप थोड़ा एक्सप्लेन करना पैना है, दी कंपनी रिड्यूस्ड इट्स एक्सपेंडिचर फॉर्मल दे विच। स्लैंग्स डैट मेक्स 100 bucks, बट अब ये लिखांगे डैट मेक्स $100, बक्स नहीं यूज़ कर सकते जो मोस्टली अपने ऑफिस इन्वायरमेंट में स्लैंग्स चलते हैं वो इतने नहीं यूज़ कर सकते, इतने आपको फॉर्मल लेना पैंदा है। इट्स गोना बी ऑल राइट, ये रिडक्शंस नहीं लाइक आप लिखांगे इट्स गोइंग टू बी ऑल राइट, अगर आप फॉर्मल च लिखना तो इट्स गोना नहीं आ सकता, राइट, ओके। दिस इज़ द लास्ट वन, ये की लिखा हुआ है एंड दिस इज़ इंपॉर्टेंट वन। ये मैंने कई बार क्वेश्चन पूछा गया सी ऑनलाइन कि डू वी नीड टू इंडेंट एंड लीव अ लाइन बिटवीन द पैराग्राफ। इन्होंने की क्या इंडेंट का मतलब होंगे, देखो कई बार आपको पेपर च वेख्या ना आप इन्नी की जगह छड्ड के इत्थों स्टार्ट करते होंगे लिखना, कोई पहला लिखते होंगे सी लैटर इदा लैटर लिखते होंगे सी इन्नी जगह स्टार्टिंग च छड्ड देंगे, फिर आप इत्थे लैटर लिखना स्टार्ट करते होंगे सी, उन्होंने बोल देंगे आप एडेंटिंग।
ਆਇਲਸ ਦੇ ਵਿੱਚ ਆਪਾਂ ਡੈਂਟਿੰਗ ਨਹੀਂ ਕਰਨੀ, ਯੂ ਸ਼ੁੱਡ ਨਾਟ ਡੂ ਦੈਟ, ਗਲਤ ਨਹੀਂ ਹੈ, ਬਟ ਐਪਰੋਪਰੀਏਟ ਨਹੀਂ ਲੱਗਦੀ ਕਿਉਂਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਐਂਡ ਵੀ ਵਿਲ ਨਾਟ ਬੀ ਏਬਲ ਟੂ ਡੂ ਇਟ ਸਮਾਰਟਲੀ। ਤਾਂ ਉਹਦੇ ਤੋਂ ਬਚਣ ਲਈ ਆਪਾਂ ਨੂੰ ਕੀ ਕਰਨ ਦੀ ਲੋੜ ਆ, ਹਰ ਬੀਪੀ ਤੋਂ ਬਾਅਦ ਇੱਕ ਇੱਕ ਪੈਰਾਗ੍ਰਾਫ ਜਿਹੜਾ ਉਹਨੂੰ ਲੀਵ ਕਰ ਦਿਓ, ਮਤਲਬ ਇੱਕ ਇੱਕ ਲਾਈਨ ਦੇ ਦਿਓ, ਸਪੇਸ ਦੇ ਦਿਓ, ਤਾਂ ਕਿ ਤੁਹਾਡਾ ਜਿਹੜਾ ਸਟਰਕਚਰ ਹੈ ਇੱਕਦਮ ਕਰੈਕਟਲੀ ਸਾਹਮਣੇ ਆਵੇ। that's all for the day, and I hope you if you like this video you should subscribe my channel so that we will be motivated and we will make more videos like this. Thanks a lot, and if you need any guidance or assistance you can contact on the number that is easily can be seen from your screen. Thanks a lot, and do like, subscribe and share my channel.